ਸ਼ਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਪਿਆ, ਜਾ ਸੁਖ ਤਮ ਨ ਹੋਈ। ਤੂੰ ਕਰਤਾ ਕਰਨਾ ਮੈਂ ਨਹੀਂ, ਜਾਹੋਂ ਕਰੀ ਨਾ ਹੋਈ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋਂ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਤਨ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ। ਜਿਨ ਕੀਤੀ ਸੋ ਪਾਰ ਪਿਆ, ਕਹੂ ਨਾਨਕ ਕਰਤੇ ਕੀਆਂ ਬਾਤਾਂ। ਜੋ ਕਿਛ ਕਰਨਾ ਸੋ ਕਰ ਰਹਿਆ। ਮਹੱਲਾ ਦੂਜਾ। ਜੋਗ ਸ਼ਬਦੰ ਗਿਆਨ ਸ਼ਬਦੰ, ਵੇਦ ਸ਼ਬਦੰ ਬ੍ਰਹਮਣ। ਖਤਰੀ ਸ਼ਬਦੰ ਸੂਰ ਸ਼ਬਦੰ, ਸੂਦਰ ਸ਼ਬਦੰ ਪਰਾਕ੍ਰਿਤ ਹੈ। ਸਰਬ ਸ਼ਬਦੰ ਏਕ ਸ਼ਬਦੰ, ਜੇ ਕੋ ਜਾਣੈ ਭਿਓ। ਨਾਨਕ ਤਾਕਾ ਦਸ ਹੈ, ਸੋਈ ਨਿਰੰਜਨ ਦਿਓ। ਮਹੱਲਾ ਦੂਜਾ। ਏਕ ਕ੍ਰਿਸ਼ਨੰ ਸਰਬ ਦੇਵਾ, ਦੇਵ ਦੇਵਤਾ ਆਤਮਾ। ਆਤਮਾ ਬਾਸ ਦਿਵਸ ਹੈ, ਜੇ ਕੋ ਜਾਣੈ ਭਿਓ। ਨਾਨਕ ਤਾਕਾ ਦਸ ਹੈ, ਸੋਈ ਨਿਰੰਜਨ ਦਿਓ। ਮਹੱਲਾ ਪਹਿਲਾ। ਕੁੰਭੇ ਬੱਧਾ ਜਲ ਰਹੈ, ਜਲ ਬਨ ਕੁੰਭਰ ਹੋਏ। ਗਿਆਨ ਕਾ ਬੱਧਾ ਮੰਦ ਰਹੈ, ਗੁਰ ਬਿਨ ਗਿਆਨ ਨ ਹੋਏ। ਪੌੜੀ। ਬੜਿਆ ਹੋਵੇ ਗੁਣੇਗਾਰ, ਤਉਮੇ ਸਾਧਨਾ ਮਾਰੀਐ। ਜਿਹਾ ਘਾਲੇ ਘਾਲਣਾ, ਤੇਵੇ ਹੋ ਨਾਉ ਪਚਾਰੀਐ। ਐਸੀ ਕਲਾ ਨ ਖੇਡੀਐ, ਤਿਤ ਦਰਗ ਗਿਆ ਹਾਰੀਐ। ਪੜਿਆ ਤੇ ਓਮੀਆਂ, ਵਿਚਾਰ ਅੱਗੇ ਵਿਚਾਰੀਐ। ਮੋਹ ਚੱਲੈ ਸੋ ਅੱਗੇ ਮਾਰੀਐ। ਐਸੀ ਕਲਾ ਖੇਡੀਐ, ਤਿਤ ਦਰਗ ਗਿਆ ਹਾਰੀਐ। ਪੜਿਆ ਤੇ ਓਮੀਆਂ, ਵਿਚਾਰ ਅੱਗੇ ਵਿਚਾਰੀਐ। ਮੋਹ ਚੱਲੈ ਸੋ ਅੱਗੇ ਮਾਰੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਨੌਵੇਂ ਪਾਤਸ਼ਾਹ ਤਿਲਕ ਤੇ ਜੰਜੂ ਦੇ ਰਾਖੇ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕੱਲੂ ਮੈਂ ਸਾਕਾ। ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ का खास रूप गुरु खालसा साध संगत ਵਡਭਾਗੀ ਹੋ ਕਿ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ ਰੱਬੀ ਬਾਣੀ ਦੇ ਕੀਰਤਨ
ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਪਾਤਸ਼ਾਹ ਨੇ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਚੋਂ ਅੱਜ ਦੇ ਪਾਵਨ ਪਵਿੱਤਰ ਅੰਮ੍ਰਿਤ ਬਚਨ ਦੀ ਦਾਤ, ਮੁੱਖ ਵਾਕ ਮਹਾਵਾਕ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਨੂੰ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਨਾਲ ਜੋੜੀਏ। ਇਕਾਗਰਤਾ ਬਣਾਉਣ ਨਿਮਿਤ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਜਿੱਥੇ ਸਰੀਰਾਂ ਕਰਕੇ ਹਾਜ਼ਰੀਆਂ ਭਰ ਰਹੇ ਹਾਂ, ਉੱਥੇ ਆਪਣੇ ਮਨਾਂ ਦੀ ਹਾਜ਼ਰੀ ਗੁਰੂ ਚਰਨਾਂ 'ਚ ਲਵਾਉਂਦੇ ਆਖੋ ਜੀ ਸਤਿਨਾਮ ਸ਼੍ਰੀ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਮ ਨ ਹੋਈ। ਸ਼ਲੋਕ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਉਚਾਰਨ ਕਰ ਰਹੇ ਨੇ। ਆਸਾ ਜੀ ਦੀ ਵਾਰ ਦਾ ਇਹ ਪਾਵਨ ਪਵਿੱਤਰ ਸ਼ਲੋਕ ਹੈ। ਦੁਖ ਦਾਰੂ ਸੁਖ ਰੋਗ ਭਇਆ। ਜਦੋਂ ਵਿਸ਼ੇ ਸੁਖ, ਕਿਉਂਕਿ ਸਾਡੀ ਫਿਤਰਤ ਹੈ, ਅਸੀਂ ਜੋ ਉਲਟ ਹੈ ਉਹਨੂੰ ਸੱਚ ਸਮਝ ਬੈਠੇ ਹਾਂ। ਭਰਮ ਦੀ ਦਸ਼ਾ ਵਿੱਚ ਜੋ ਵਾਸਤਵਿਕ ਹੈ, ਉਸ ਵਾਸਤਵਿਕ ਤੋਂ ਉਲਟ ਸਾਨੂੰ ਜੋ ਦਿਸ ਰਿਹਾ ਹੈ ਉਹਨੂੰ ਅਸੀਂ ਸੱਚ ਸਮਝ ਲਿਆ। ਜਿਵੇਂ ਰੱਸੀ 'ਚ ਸੱਪ ਦੀ ਕਲਪਨਾ ਕਰ ਲਈ ਹੋਵੇ, ਇਸੇ ਤਰ੍ਹਾਂ ਮਨੁੱਖ ਨੇ ਸੰਸਾਰ ਦੇ ਜੋ ਵਿਸ਼ੇ ਨੇ ਉਹਨਾਂ ਵਿਸ਼ਿਆਂ ਵਿੱਚ ਸੁੱਖ ਦੀ ਕਲਪਨਾ ਕਰ ਲਈ ਹੈ ਕਿ ਇਹ ਜਿਹੜੇ ਵਿਸ਼ੇ ਨੇ ਸੁੱਖ ਦਿੰਦੇ ਹਨ, ਪਰ ਉਹ ਸੁਖਦਾਈ ਨਹੀਂ ਹਨ। ਵਿਸ਼ਿਆਂ ਦਾ ਸੁੱਖ ਜਦੋਂ ਇਸ ਮਨੁੱਖ ਲਈ ਰੋਗ ਬਣ ਜਾਂਦਾ ਹੈ, ਇੱਥੇ ਸੁਖ ਰੋਗ ਭਇਆ ਮਹਾਰਾਜ ਜੀ ਨੇ ਬਚਨ ਕਿਹਾ। ਕਿਹੜਾ ਸੁਖ? ਵਿਸ਼ਿਆਂ ਦਾ ਸੁਖ ਜਦੋਂ ਮਨੁੱਖ ਲਈ ਰੋਗ ਬਣ ਜਾਂਦਾ ਹੈ, ਤਾਂ ਇਸ ਰੋਗ ਨੂੰ ਦੂਰ ਕਰਨ ਵਾਸਤੇ ਪਰਮੇਸ਼ਰ ਫਿਰ ਦੁੱਖਾਂ ਦਾ ਦਾਰੂ ਦਿੰਦਾ, ਦੁੱਖਾਂ ਦੀ ਦਵਾਈ ਦਿੰਦਾ। ਕਿਉਂਕਿ ਸੰਸਾਰ ਦਾ ਕੋਈ ਵੀ ਵਿਸ਼ਾ ਹੈ, ਜਦੋਂ ਅਸੀਂ ਉਸ ਨੂੰ ਭੋਗਦੇ ਹਾਂ, ਉਸ ਵਿਸ਼ੇ ਨੂੰ ਭੋਗਣ ਤੋਂ ਬਾਅਦ ਮਨ ਵਿੱਚ ਪਛਤਾਵੇ ਦੀ ਬਿਰਤੀ ਹੁੰਦੀ ਹੈ, ਸੰਤੁਸ਼ਟੀ ਨਹੀਂ ਹੁੰਦੀ, ਸਬਰ ਨਹੀਂ ਹੁੰਦਾ। ਕੋਈ ਚੰਗੀ ਸਵਾਦਲੀ ਚੀਜ਼ ਜ਼ੁਬਾਨ ਦੇ ਸਵਾਦ ਕਰਕੇ ਅਸੀਂ ਖਾ ਲਈਏ, ਪਤਾ ਹੈ ਕਿ ਇਹ ਵਸਤੂ ਅਸੀਂ ਜੋ ਖਾ ਰਹੇ ਹਾਂ ਮੇਰੇ ਸਰੀਰ ਨੂੰ ਮਾਫਕ ਨਹੀਂ ਹੈ, ਮੰਨ ਲਿਆ ਵੀ ਇਹ ਸਰੀਰ ਨੂੰ ਮਾਫਕ ਨਹੀਂ ਹੈ, ਪਤਾ ਵੀ ਹੈ, ਪਰ ਜ਼ੁਬਾਨ ਦੇ ਸਵਾਦ ਦੇ ਵਿਸ਼ੇ ਸੁੱਖ ਦੇ ਰੋਗ ਕਰਕੇ ਉਹ ਵਸਤੂ ਖਾ ਲਈ, ਫਿਰ ਲੋੜ ਤੋਂ ਵੱਧ ਖਾ ਲਈ ਤੇ ਬਾਅਦ ਵਿੱਚ ਪਛਤਾਵਾ ਹੀ ਹੁੰਦਾ, ਕਾਹਨੂੰ ਖਾਣੀ ਸੀ। ਪਛਤਾਉਂਦਾ ਨਾ ਬਾਅਦ ਵਿੱਚ, ਇਹ ਕਾਹਨੂੰ ਖਾਣੀ ਸੀ, ਹੁਣ ਇਹ ਤਕਲੀਫ ਦੇ ਰਹੀ ਹੈ, ਦੁੱਖ ਦੇ ਰਹੀ ਹੈ। ਉਹ ਜਿਹੜਾ ਦੁੱਖ ਹੈ ਨਾ, ਉਸ ਖਾਣ ਦੀ, ਉਸ ਸੁੱਖ ਨੂੰ ਭੋਗਣ ਦੀ ਬਾਅਦ ਵਿੱਚ ਜਿਹੜੀ ਦੁੱਖ ਦਾ ਮਹਿਸੂਸ ਹੋਣਾ, ਉਹ ਦੁੱਖ ਉਸ ਵਿਸ਼ੇ ਸੁੱਖ ਲਈ ਦਾਰੂ ਬਣ ਜਾਏਗਾ। ਅੱਗੇ ਤੋਂ ਬੰਦਾ ਕਈ ਵਾਰੀ ਫਿਰ ਕੰਟਰੋਲ ਕਰਨ ਦਾ ਯਤਨ ਕਰਦਾ ਵੀ ਇਹ ਵਸਤੂ ਮੈਨੂੰ ਮਾਫਕ ਨਹੀਂ, ਮੈਂ ਇਹਨੂੰ ਨਾ ਖਾਵਾਂ। ਇਹ ਇੱਕ ਉਦਾਹਰਣ ਹੈ। ਜਦੋਂ ਵਿਸ਼ੇ ਸੁੱਖ ਰੋਗ ਬਣ ਜਾਣ, ਫਿਰ ਉਹਦੇ ਲਈ ਦੁੱਖ ਦਾਰੂ ਹੈ। ਪਰਮੇਸ਼ਰ ਦਾ ਜਿਹੜਾ ਭਜਨ ਹੈ, ਅਕਾਲ ਪੁਰਖ ਦੀ ਜਿਹੜੀ ਬੰਦਗੀ ਆ, ਨਾਮ ਜਪਣਾ, ਉਹ ਦਾਰੂ ਹੈ, ਦਵਾਈ ਹੈ ਵਿਸ਼ੇ ਸੁੱਖਾਂ ਦੇ ਰੋਗ ਦੀ ਨਿਰਵਿਰਤੀ ਦੀ। ਸੁਨ ਭੂਪਤ ਜਾਂ ਜਗਤ ਮੈਂ ਦੁਖੀ ਰਹਿਤ ਹਰ ਸੰਤ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਨੇ। ਪਾਤਸ਼ਾਹ ਕਹਿੰਦੇ, ਸੁਨ ਭੂਪਤ ਜਾਂ ਜਗਤ ਮੈਂ ਦੁਖੀ ਰਹਿਤ ਹਰ ਸੰਤ, ਅੰਤ ਲਹੈਂਗੇ ਮੁਕਤ ਫਲ ਪਾਵਹਿੰਗੇ ਭਗਵੰਤ। ਹੇ ਰਾਜਾ ਸੁਣ, ਜਿਹੜੇ ਰੱਬ ਦੇ ਪਿਆਰੇ ਸੰਤ ਨੇ ਸੰਸਾਰ 'ਚ ਦੁਖੀ ਰਹਿੰਦੇ,
ਸੰਸਾਰ ਵਿੱਚ ਦੁਖੀ ਰਹਿੰਦੇ ਆ, ਪਰ ਉਹਨਾਂ ਨੂੰ ਅੰਤ ਨੂੰ ਮੁਕਤ ਫਲ ਦੀ ਪ੍ਰਾਪਤੀ ਹੋਣੀ ਹੈ ਔਰ ਪਰਮੇਸ਼ਰ ਦੇ ਵਿੱਚ ਉਹਨਾਂ ਨੇ ਅਭੇਦ ਹੋਣਾ ਸਰੀਰ ਦਾ ਪਰਦਾ ਛੱਡ ਕੇ। ਦੁਖੀ ਰਹਿਣ ਤੋਂ ਭਾਵ ਤਪ ਕਰਨਾ, ਸਾਧਨਾ ਕਰਨੀ। ਅੰਮ੍ਰਿਤ ਵੇਲੇ ਉੱਠਣਾ ਸਰੀਰ ਨੂੰ ਤਪ ਦੀ ਕਠਾਲੀ 'ਚ ਪਾਣ ਦੇ ਤੁਲ ਨਹੀਂ। ਕਿਸੇ ਦਾ ਚਿੱਤ ਤਾਂ ਨਹੀਂ ਕਰਦਾ ਅੰਮ੍ਰਿਤ ਵੇਲੇ ਉੱਠਣ ਨੂੰ, ਨੀਂਦ ਪਿਆਰੀ ਹੁੰਦੀ ਹੈ, ਪਰ ਫਿਰ ਵੀ ਅਸੀਂ ਉੱਠਦੇ ਹਾਂ ਗੁਰੂ ਸਾਹਿਬ ਦਾ ਆਸਰਾ ਲੈ ਕੇ, ਮਹਾਰਾਜ ਕਿਰਪਾ ਕਰੋ, ਬਲ ਬਖਸ਼ੋ। ਇੱਕ ਪ੍ਰਕਾਰ ਦਾ ਤਨ ਨੂੰ ਤਪ ਦੀ ਕੁਠਾਲੀ 'ਚ ਪਾ ਕੇ ਤਪਾਉਣ ਦੀ ਤੁਲ ਹੈ। ਸਰੀਰ ਨਹੀਂ ਮੰਨ ਰਿਹਾ ਹੁੰਦਾ ਕਈ ਵਾਰੀ ਬੈਠਣ ਨੂੰ, ਫਿਰ ਵੀ ਬਹਿ ਕੇ ਹੱਠ ਤਪ ਨਾਲ ਨਿਤਨੇਮ ਕਰਨਾ, ਬਾਣੀ ਪੜ੍ਹਨੀ। ਇਹ ਜਿਹੜਾ ਭਜਨ ਹੈ ਨਾ, ਜਿਹੜਾ ਸਰੀਰ ਨੂੰ ਭਾਵੇਂ ਅਸੀਂ ਕੁਝ ਖੇਚੜਾ ਦੇ ਕੇ ਕਰ ਰਹੇ ਹਾਂ, ਇਹੀ ਸਾਡੇ ਵਿਸ਼ੇ ਸੁੱਖਾਂ ਦੇ ਰੋਗ ਵਾਸਤੇ ਦਾਰੂ ਦਾ ਕੰਮ ਕਰਦਾ। ਇਹ ਦਾਰੂ ਹੈ, ਦਵਾਈ ਹੈ। ਦਾਰੂ ਦਾ ਮਤਲਬ ਦਵਾਈ ਹੈ, ਔਸ਼ਧੀ ਹੈ, ਵਿਸ਼ੇ ਸੁੱਖਾਂ ਦੇ ਰੋਗ ਨੂੰ ਨਿਰਵਿਰਤ ਕਰਨ ਵਾਸਤੇ। ਜਾ ਸੁਖ ਤਾਮ ਨਾ ਹੋਈ, ਜਦੋਂ ਤੱਕ ਬੰਦੇ ਨੂੰ ਵਿਸ਼ੇ ਸੁਖ ਨੇ, ਜਦੋਂ ਤੱਕ ਅਸੀਂ ਵਿਸ਼ਿਆਂ ਦੇ ਸੁਖ ਵਿੱਚ ਹਾਂ। ਅੱਖਾਂ ਦਾ ਵੇਖਣਾ ਵਿਸ਼ਾ ਹੈ, ਕੰਨਾਂ ਦਾ ਸੁਣਨਾ ਵਿਸ਼ਾ ਹੈ, ਜ਼ੁਬਾਨ ਦਾ ਸਵਾਦ ਚਖਣਾ ਵਿਸ਼ਾ ਹੈ, ਚਮੜੀ ਦਾ ਸਪਰਸ਼ ਕਰਨਾ ਵਿਸ਼ਾ ਹੈ, ਨਾਸਕਾ ਦਾ ਸੁਗੰਧੀ ਲੈਣ ਦਾ ਵਿਸ਼ਾ ਹੈ। ਇਹ ਪੰਜ ਗਿਆਨ ਇੰਦਰੀਆਂ ਦੇ ਪੰਜ ਵਿਸ਼ੇ ਨੇ। ਜਦੋਂ ਤੱਕ ਵਿਸ਼ਿਆਂ ਦਾ ਸੁਖ ਰੋਗ ਬਣ ਕੇ ਸਾਨੂੰ ਲੱਗਾ ਹੋਇਆ, ਅਸੀਂ ਵਿਸ਼ਿਆਂ ਦੇ ਸੁੱਖਾਂ ਵਿੱਚ ਗਲਤ ਹਾਂ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਦੋਂ ਤੱਕ ਉਸ ਰੱਬ ਨੂੰ ਮਿਲਣ ਦੀ ਤਮਾ ਨਹੀਂ ਜਾਗਦੀ, ਇੱਛਾ ਨਹੀਂ ਜਾਗਦੀ। ਜਾਂ ਸੁਖ ਤਾਮ ਨਾ ਹੋਈ, ਜਦੋਂ ਤੱਕ ਵਿਸ਼ੇ ਸੁਖ ਨੇ ਨਾ, ਉਦੋਂ ਤੱਕ ਰੱਬ ਨੂੰ ਮਿਲਣ ਦੀ ਤਮਾ ਨਹੀਂ ਜਾਗਦੀ। ਜਦੋਂ ਇਹਨਾਂ ਵਿਸ਼ੇ ਸੁੱਖਾਂ ਦੇ ਰੋਗ ਨੂੰ ਦੂਰ ਕਰਨ ਲਈ ਨਾਮ ਰੂਪੀ ਦਾਰੂ ਦੀ ਵਰਤੋਂ ਕਰਾਂਗੇ ਤੇ ਫਿਰ ਉਸ ਪ੍ਰਭੂ ਨੂੰ ਮਿਲਣ ਦੀ ਤਾਂਘ ਪੈਦਾ ਹੋਵੇਗੀ, ਪ੍ਰਭੂ ਨੂੰ ਮਿਲਣ ਦਾ ਚਾਅ ਪੈਦਾ ਹੋਵੇਗਾ। ਇਹ ਸ਼ਲੋਕ ਸ੍ਰੀ ਰਹਿਰਾਸ ਸਾਹਿਬ ਵਿੱਚ ਵੀ ਆਪ ਜੀ ਨਿਤ ਪੜ੍ਹਦੇ। ਸਾਡੇ ਸਵੇਰ ਸ਼ਾਮ ਦਾ ਨਿਤਨੇਮ ਹੈ। ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਇਹ ਪਾਵਨ ਸ਼ਲੋਕ ਸਰਵਣ ਕਰਦੇ ਹਾਂ। ਸੰਧਿਆ ਸਮੇਂ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਵਿੱਚ ਇਹ ਸ਼ਲੋਕ ਸਰਵਣ ਕਰਦੇ ਹਾਂ। ਇਹ ਸੰਕੇਤ ਦਿੰਦਾ ਹੈ ਵਿਸ਼ੇ ਸੁੱਖਾਂ ਦੇ ਰੋਗ ਦੀ ਨਿਰਵਿਰਤੀ ਲਈ ਨਾਮ ਰੂਪੀ ਦਾਰੂ ਹੈ, ਤੇ ਜੇ ਵਿਸ਼ੇ ਸੁੱਖਾਂ ਵਿੱਚ ਹੀ ਗੱਲ ਤੇ ਫਿਰ ਪ੍ਰਭੂ ਨੂੰ ਮਿਲਣ ਦਾ ਚਾਅ ਤੇ ਉਹਨੂੰ ਮਿਲਣ ਦੀ ਤਮਾ ਨਹੀਂ ਜਾਗਦੀ। ਤਾਮ ਦਾ ਮਤਲਬ ਹੁੰਦਾ ਤਮਾ। ਮੋਟੇ ਜਿਹੇ ਲਫ਼ਜ਼ਾਂ 'ਚ ਤਮਾ ਨੂੰ ਕਹਿ ਲਈਏ ਇੱਛਾ। ਰੱਬ ਨੂੰ ਮਿਲਣ ਦੀ ਇੱਛਾ ਨਹੀਂ ਜਾਗਦੀ ਜਦੋਂ ਤੱਕ ਵਿਸ਼ਿਆਂ ਦੇ ਸੁੱਖ ਭੋਗ ਰਹੇ ਹਾਂ। ਹਾਂਜੀ। ਤੂੰ ਕਰਤਾ ਕਰਨਾ ਮੈਂ ਨਹੀਂ, ਜਹਾਂ ਕਰੀ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਹੀਂ। ਆਮ ਸਾਡੀ ਰਸਨਾ ਤੇ ਪਾਠ ਚੜਿਆ ਹੁੰਦਾ, ਤੂੰ ਕਰਤਾ ਕਰਣਾ ਮੈਂ ਨਹੀਂ। ਆਮ ਅਸੀਂ ਅਕਸਰ ਇਦਾਂ ਹੀ ਪੜ੍ਹਦੇ ਹਾਂ, ਪਰ ਜਦੋਂ ਅਰਥ ਸਪਸ਼ਟ ਕਰਨੇ ਹੋਣ, ਤੂੰ ਕਰਤਾ ਕਰਣਾ ਤੇ ਜਮਕ ਲੱਗੇਗੀ। ਜਮਕ ਦਾ ਮਤਲਬ ਹੁੰਦਾ ਥੋੜਾ ਜਿਹਾ ਰੁਕਣਾ। ਇੱਕ ਹੁੰਦਾ ਵਿਸ਼ਰਾਮ, ਇੱਕ ਹੁੰਦਾ ਹੀ ਜਮਕ। ਤੂੰ ਕਰਤਾ ਕਰਣਾ ਮੈਂ ਨਹੀਂ, ਮੈਂ ਨਹੀਂ ਤੇ ਵਿਸ਼ਰਾਮ ਲੱਗੇਗਾ। ਤੂੰ ਕਰਤਾ ਕਰਣਾ ਇੱਥੇ ਜਮਕ ਲੱਗੇਗੀ ਤੇ ਅਰਥ ਸਪਸ਼ਟ ਹੋ ਜਾਏਗਾ। ਗੁਰਬਾਣੀ ਪਾਤਸ਼ਾਹ ਨੇ ਐਸੇ ਸੁੰਦਰ ਢੰਗ ਨਾਲ ਰਚੀ ਹੈ, ਕਮਾਲ ਹੈ। ਔਰ ਪਾਤਸ਼ਾਹ ਨੇ ਜਦੋਂ ਵਿਸ਼ਰਾਮ ਤੇ ਜਮਕਾਂ ਦੀ ਸੋਝੀ ਦੇ ਦਿੱਤੀ ਕਿਸੇ ਗੁਰਸਿੱਖ ਨੂੰ, ਤਾਂ ਉਹਦੇ ਨਾਲ ਨਾਲ ਸਾਰੇ ਅਰਥ ਸਪਸ਼ਟ ਹੁੰਦੇ ਚਲੇ ਜਾਂਦੇ। ਹੇ ਪ੍ਰਭੂ, ਤੂੰ ਕਰਨ ਕਾਰਨ ਹੈ। ਕਰਣਾ ਦਾ ਅਰਥ ਮਹਾਂਪੁਰਸ਼ਾਂ ਨੇ ਕਰਣਾਲਿਆ ਵੀ ਕੀਤਾ ਵੀ ਤੂੰ ਕਰਣਾ ਦਾ ਸਾਗਰ, ਤੂੰ ਕਰਤਾ ਹੈ। ਮੈਂ ਨਹੀਂ, ਮੈਂ ਨਹੀਂ ਜੇ ਕੁਝ ਕਰ ਸਕਦਾ। ਇਹ ਸਾਰਾ ਸੰਸਾਰ ਤੇਰਾ ਕੀਤਾ ਕਰਨਾ ਹੈ।
ਤੇਰਾ ਕੀਤਾ ਹੋਇਆ ਤੂੰ ਕਰ ਰਿਹਾ, ਮੈਂ ਨਹੀਂ, ਮੈਂ ਕੁਝ ਵੀ ਨਹੀਂ ਕਰਨ ਯੋਗ। ਤੂੰ ਜੋ ਕੀਤਾ ਹੈ, ਤੇਰੇ ਇਸ ਕੀਤੇ ਦੇ ਮੁੱਲ ਨੂੰ, ਇਹਦੀ ਸਾਰ ਨੂੰ ਮੈਂ ਨਹੀਂ ਜਾਣਦਾ। ਇਦਾਂ ਵੀ ਅਰਥ ਕਰਦੇ ਆ। ਤੇਰੇ ਇਸ ਕੀਤੇ ਹੋਏ ਪਸਾਰੇ ਦੇ ਵਰਤਾਰੇ ਨੂੰ, ਜੋ ਤੈਂ ਕੀਤਾ ਹੈ, ਇਹਨੂੰ ਮੈਂ ਨਹੀਂ ਜਾਣਦਾ ਕਿ ਤੂੰ ਕਿਵੇਂ ਕੀਤਾ, ਕਿਵੇਂ ਬਣਾਇਆ। ਤੇ हे ਪ੍ਰਭੂ, ਜਾਂ ਹੋ ਕਰੀ ਨਾ ਹੋਈ। ਜੇ ਮੈਂ ਚਾਹਾਂ ਵੀ ਕਰਨਾ ਕੁਝ, ਮੈਂ ਮੁੱਲ ਪਾਣਾ ਚਾਹਾਂ, ਜਾਣਨਾ ਚਾਹਾਂ, ਤਾਂ हे ਪ੍ਰਭੂ ਮੈਂ ਨਹੀਂ ਜਾਣ ਸਕਦਾ, ਕਿਉਂਕਿ ਮੈਂ ਪਰਤੰਤਰ ਹਾਂ, ਤੇਰੇ ਅਧੀਨ ਹਾਂ। ਮੈਂ ਨਹੀਂ ਜਾਣ ਸਕਦਾ। ਜੇ ਮੈਂ ਜਾਣਨਾ ਚਾਹਾਂ ਵੀ ਜਾਂ ਮੈਂ ਕਰਨਾ ਚਾਹਾਂ ਵੀ ਤਾਂ ਨਹੀਂ ਕਰ ਸਕਦਾ। ਜਾਂ ਹੋ ਕਰੀ ਨਾ ਹੋਈ। ਜੇ ਮੈਂ ਕਰਨਾ ਵੀ ਚਾਹਾਂ ਤੇ ਮੇਰੇ ਕੀਤਿਆਂ ਨਹੀਂ ਹੋਣਾ, ਕਿਉਂਕਿ ਜੋ ਕੁਝ ਹੋਇਆ ਉਹ ਤੇਰੇ ਕੀਤਿਆਂ ਹੋਣਾ। ਕੀਤਾ ਕਰਨਾ ਸਰਬ ਰਜਾਈ। ਜਿੰਨਾ ਪਹਿਲਾਂ ਕੀਤਾ ਹੋਇਆ, ਜਿੰਨਾ ਹੁਣ ਹੋ ਰਿਹਾ, ਜਾਂ ਜਿੰਨਾ ਆਉਣ ਵਾਲੇ ਸਮੇਂ 'ਚ ਕੀਤਾ ਜਾਏਗਾ, हे ਪ੍ਰਭੂ ਤੇਰੇ ਕੀਤਿਆਂ ਹੋਣਾ, ਮੇਰੇ ਕੀਤਿਆਂ ਕੁਝ ਨਹੀਂ ਹੋਣਾ। ਇਹਨੂੰ ਕਹਿੰਦੇ ਨੇ ਆਪਣਾ ਆਪ ਗੁਰੂ ਨੂੰ ਸਮਰਪਣ ਕਰ ਦੇਣਾ, ਜਾਂ ਇਰਦਾ ਕਹਿ ਲਈਏ ਵੀ ਮੁਰਦੇ ਦੇ ਮਨਿੰਦ ਹੋ ਜਾਣਾ, ਮੁਰਦਾ ਬਣ ਕੇ ਮੁਰੀਦ ਹੋ ਜਾਣਾ। ਮੁਰਦਾ ਹੋਏ ਮੁਰੀਦ ਨਾ। ਮੁਰਦਾ ਤੇ ਨਹੀਂ ਕਦੇ ਹਿਲਦਾ ਜੁਲਦਾ, ਕਬਰ ਦੇ ਵਿੱਚ ਪਿਆ ਅਡੋਲ ਹੋ ਜਾਂਦਾ ਨਾ। ਗੁਰੂ ਦੇ ਹੁਕਮ ਰੂਪੀ ਕਬਰ ਵਿੱਚ ਗੁਰੂ ਕਾ ਸਿੱਖ ਮੁਰਦੇ ਦੇ ਮਨਿੰਦ ਪੈ ਜਾਏ, ਜਿਵੇਂ ਗੁਰੂ ਚਲਾਵੇ ਤਿਵੇਂ ਚੱਲੇ। ਜਦੋਂ ਇਸ ਤਰ੍ਹਾਂ ਦੀ ਅਵਸਥਾ ਨੂੰ ਪ੍ਰਾਪਤ ਹੋ ਜਾਏ, ਉਹਨੂੰ ਕਹਿੰਦੇ ਨੇ ਮੁਰੀਦ। ਭਾਈ ਗੁਰਦਾਸ ਜੀ ਦਾ ਕਥਨ ਹੈ, ਉਹ ਮੁਰੀਦ ਹੋ ਜਾਂਦਾ। ਸਮਰਪਣ ਭਾਵ, ਆਪਣਾ ਆਪ ਗੁਰੂ ਅੱਗੇ ਸਮਰਪਣ, ਆਪਣਾ ਆਪ ਜਣਾਉਣਾ ਹੀ ਨਹੀਂ, ਲਿਖਾਉਣਾ ਹੀ ਨਹੀਂ ਮੈਂ ਕੁਝ ਹਾਂ। ਜਦੋਂ ਅਸੀਂ ਆਪਣਾ ਆਪ ਜਣਾਉਣ ਦਾ ਯਤਨ ਕਰਦੇ ਹਾਂ, ਫਿਰ ਉਸ ਆਨੰਦ ਤੋਂ, ਉਸ ਸੁੱਖ ਤੋਂ ਬਿਰਵੇ ਰਹਿ ਜਾਂਦੇ ਆ, ਜਿਹੜਾ ਆਤਮਾ ਦਾ ਸੁੱਖ ਹੈ। ਕਿਉਂਕਿ ਆਪਣਾ ਆਪ ਬਾਹਰੋਂ ਜਣਾ ਲਿਆ, ਬਾਹਰਲੇ ਸਰੂਪ ਨੂੰ ਆਪਣਾ ਆਪ ਮੰਨ ਲਿਆ, ਉਸ ਸਰੂਪ ਤੋਂ ਬਿਰਵੇ ਰਹਿ ਗਏ ਜੋ ਹੈ। हे ਪ੍ਰਭੂ ਤੂੰ ਕਰਨ ਵਾਲਾ ਹੈ, ਤੂੰ ਕਰਤਾ ਹੈ, ਮੈਂ ਕੁਝ ਵੀ ਨਹੀਂ, ਮੈਂ ਨਾ ਹੀ ਕੁਝ ਕਰ ਸਕਦਾ। ਜੇ ਕਰਨਾ ਚਾਹਾਂ ਵੀ ਤਾਂ ਮੇਰੇ ਕੀਤਿਆਂ ਕੁਝ ਨਹੀਂ ਹੋਣ ਵਾਲਾ। ਬਲਿਹਾਰੀ ਕੁਦਰਤ ਵਸਿਆ। ਬਲਿਹਾਰੀ ਕਹਿੰਦੇ ਬਲਿਹਾਰ ਜਾਈਏ, ਵਾਰੇ ਜਾਈਏ। ਬਲਿਹਾਰ ਦਾ ਕੀ ਮਤਲਬ ਹੁੰਦਾ? ਇੱਕ ਹੁੰਦਾ ਸਰੀਰਕ ਬਲ। ਸਰੀਰ ਦੇ ਬਲ ਦੀ ਵੀ ਕੋਈ ਸ਼ਕਤੀ ਹੁੰਦੀ ਹੈ, ਵੀ ਜਿੱਥੇ ਤੱਕ ਸਰੀਰ ਦਾ ਜ਼ੋਰ ਚੱਲਦਾ, ਵੀ ਉਹ ਕੋਈ 10 ਘੰਟੇ ਕੰਮ ਕਰ ਲੈਂਦਾ, ਕੋਈ 12, ਕੋਈ 20 ਘੰਟੇ ਵੀ ਕਰ ਲੈਂਦੇ ਆ ਕਈ। ਅਖੀਰ ਨੂੰ ਇਹਦਾ ਬਲ ਹਾਰਦਾ ਨਾ, ਡਿੱਗਦਾ। ਸਰੀਰ ਦੇ ਬਲ ਨਾਲੋਂ ਕਈ ਗੁਣਾ ਵੱਧ ਬਲ ਹੈ ਸਾਡੀ ਬੁੱਧੀ ਦਾ ਬਲ। ਜਿੱਥੇ ਸਾਡਾ ਸਰੀਰ ਨਹੀਂ ਪਹੁੰਚ ਸਕਦਾ, ਉੱਥੇ ਬੁੱਧੀ ਪਹੁੰਚ ਜਾਂਦੀ ਹੈ। ਪਰ ਕਿਤੇ ਨਾ ਕਿਤੇ ਜਾ ਕੇ ਬੁੱਧੀ ਦਾ ਵੀ ਬਲ ਹਾਰ ਜਾਂਦਾ, ਜਦੋਂ ਸਾਨੂੰ ਕੁਝ ਸਮਝ ਹੀ ਨਾ ਪਵੇ ਵੀ ਇਹ ਕੀ ਹੈ। ਜਿੱਥੇ ਬੁੱਧੀ ਦਾ ਬਲ ਹਾਰ ਜਾਵੇ, ਕੰਮ ਹੀ ਨਾ ਕਰੇ ਵੀ ਹੁਣ ਕੀ ਆਖੀਏ, ਕੀ ਕਹੀਏ, ਉਹ ਹੈ ਅਸਚਰਜ ਤੇ ਵਿਸਮਾਦ ਦੀ ਅਵਸਥਾ। ਅਸਚਰਜ ਤੇ ਵਿਸਮਾਦ ਦੀ ਅਵਸਥਾ 'ਚ ਪਹੁੰਚ ਕੇ ਗੁਰਮੁਖ ਕਹਿੰਦੇ ਨੇ, हे ਪ੍ਰਭੂ ਸਾਡੀ ਬੁੱਧੀ ਦਾ ਬਲ ਹਾਰ ਗਿਆ, ਤੈਨੂੰ ਨਹੀਂ ਜਾਣ ਸਕਦਾ। ਜਿੱਥੇ ਸਾਡੀ ਬੁੱਧੀ ਦਾ ਬਲ ਹਾਰ ਗਿਆ, ਉੱਥੇ ਜਾ ਕੇ ਮੇਰੇ ਪਾਤਸ਼ਾਹ ਨੇ ਕਿਹਾ, ਬਲਿਹਾਰੀ ਮੈਂ ਤੇਰੇ ਤੋਂ ਬਲਿਹਾਰ ਜਾਵਾਂ। ਬਲਿਹਾਰ ਜਾਣ ਦਾ ਮਤਲਬ ਜਿੱਥੇ ਮੇਰੀ ਬੁੱਧੀ ਦਾ ਬਲ ਹਾਰ ਗਿਆ, ਕੋਈ ਕੰਮ ਨਹੀਂ ਕਰਦਾ, ਵਾਰੇ ਵਾਰੇ ਜਾਵਾਂ, ਕੁਰਬਾਨ ਜਾਵਾਂ। ਬਲਿਹਾਰੀ ਕੁਦਰਤ ਵਸਿਆ। ਕਿਹਦੇ ਤੋਂ ਬਲਿਹਾਰ ਜਾਈਏ? ਜਿਹੜਾ ਇਸ ਸਾਰੀ ਕੁਦਰਤ ਵਿੱਚ ਵਸਿਆ ਹੋਇਆ। ਕੁਦਰਤ ਵਸਿਆ, ਜਿਤਨੇ ਕੁਦਰਤ ਹੈ। ਕੁਦਰਤ ਰੱਬ ਨਹੀਂ,
ਕੁਦਰਤ ਵਿੱਚ ਵਸਣ ਵਾਲਾ ਪਰਮੇਸ਼ਰ ਰੱਬ ਹੈ, ਪਰ ਕੁਦਰਤ ਦਾ ਵੀ ਖਿਆਲ ਰੱਖਣਾ ਹੈ, ਕਿਉਂਕਿ ਉਸ ਕੁਦਰਤ ਵਿੱਚ ਪਰਮੇਸ਼ਰ ਵਸਦਾ ਹੈ। ਕੁਦਰਤ ਵਿੱਚ ਪ੍ਰਭੂ ਵਸਦਾ ਹੈ। ਉਸ ਕੁਦਰਤ ਦਾ ਖਿਆਲ ਰੱਖਣਾ, ਜਿਸ ਕੁਦਰਤ ਦੀ ਆਬੋ ਹਵਾ ਵਿੱਚ ਅਸੀਂ ਰਹਿੰਦੇ ਹਾਂ, ਉਹਨੂੰ ਗੰਧਲਾ ਨਾ ਕਰੀਏ, ਉਹਨੂੰ ਪ੍ਰਦੂਸ਼ਿਤ ਨਾ ਕਰੀਏ। ਪਾਣੀ ਦਾ ਜੋ ਵੀ ਕੁਦਰਤ ਦੀ ਪਰਮੇਸ਼ਰ ਦੀ ਬਣਾਈ ਬਣਤਰ ਹੈ, ਉਹਨੂੰ ਅਜਾਈ ਨਾ ਗਵਾਈਏ, ਅਜਾਈ ਨਾ ਗਵਾਈਏ, ਕਿਉਂਕਿ ਇਸ ਕੁਦਰਤ ਵਿੱਚ ਮੇਰਾ ਪ੍ਰਭੂ ਵਸਦਾ ਹੈ। ਕੁਦਰਤ ਕਰਕੇ ਵਸਿਆ ਸੋ ਇਸ ਕੁਦਰਤ ਨੂੰ ਕਰਕੇ ਉਹ ਇਸ ਕੁਦਰਤ ਦੇ ਵਿੱਚ ਵਸਦਾ ਹੈ। ਉਹ ਪ੍ਰਭੂ ਸਾਰੇ ਸੰਸਾਰ ਦੇ ਵਿੱਚ ਵਸਦਾ ਹੈ, ਉਹਦੇ ਤੋਂ ਮੈਂ ਬਲਿਹਾਰ ਜਾਵਾਂ। ਤੇਰਾ ਅੰਤ ਨਾ ਜਾਈ ਲਖਿਆ। ਹੇ ਪ੍ਰਭੂ ਤੇਰਾ ਅੰਤ ਨਹੀਂ ਜਾਂਦਾ ਲਖਿਆ। ਲਖਿਆ ਦਾ ਮਤਲਬ ਜਾਣਿਆ। ਤੇਰਾ ਅੰਤ ਨਹੀਂ ਜਾਣਿਆ ਜਾਂਦਾ, ਤੂੰ ਬੇਅੰਤ ਹੈ। ਤੂੰ ਬੇਅੰਤ ਕੋ ਬਿਰਲਾ ਜਾਣੈ। ਤੇਰਾ ਅੰਤ ਜਾਣੇ। ਗੁਰੂ ਅਰਜਨ ਦੇਵ ਸਾਹਿਬ ਨੂੰ ਸਿੱਖ ਪੁੱਛਦੇ, ਮਹਾਰਾਜ ਜੀ ਗੁਰੂ ਨਾਨਕ ਸਾਹਿਬ ਪਰਮੇਸ਼ਰ ਸਨ? ਪੰਜਵੇਂ ਪਾਤਸ਼ਾਹ ਕਹਿੰਦੇ ਹਾਂ, ਗੁਰੂ ਨਾਨਕ ਸਾਹਿਬ ਆਪ ਪਰਮੇਸ਼ਵਰ ਨੇ। ਸਿੱਖਾਂ ਨੇ ਫਿਰ ਬੇਨਤੀ ਕੀਤੀ, ਮਹਾਰਾਜ ਪੰਚਮ ਗੁਰਦੇਵ ਸਾਹਿਬ, ਜਿਵੇਂ ਕੋਈ ਪਹਿਲਵਾਨ ਹੁੰਦਾ ਹੈ, ਪਹਿਲਵਾਨ ਨੂੰ ਆਪਣੇ ਬਲ ਦਾ ਪਤਾ ਹੁੰਦਾ, ਮੇਰੇ ਕੋਲ ਕਿੰਨੇ ਕੁ ਬਲ ਨੇ, ਮੈਂ ਕਿੰਨੇ ਕੁ ਦਾ ਪੇਚ ਜਾਣਦਾ, ਉਹਨੂੰ ਆਪਣੀ ਤਾਕਤ ਦਾ ਅੰਦਾਜ਼ਾ ਹੁੰਦਾ, ਉਹਨੂੰ ਆਪਣੇ ਬਲ ਦਾ ਪਤਾ ਹੁੰਦਾ। ਗੁਰੂ ਨਾਨਕ ਸਾਹਿਬ ਆਪ ਪਰਮੇਸ਼ਰ ਨੇ, ਫਿਰ ਤਾਂ ਉਹ ਆਪਣਾ ਅੰਤ ਜਾਣਦੇ ਹੋਣਗੇ ਵੀ ਕਿੰਨਾ ਕੁ ਉਹਨਾਂ ਦਾ ਦਾਇਰਾ ਹੈ, ਕਿੰਨੇ ਕੁ ਵਿਸ਼ਾਲ ਨੇ। ਹਰ ਇੱਕ ਨੂੰ ਆਪਣੇ ਦਾਇਰੇ ਦਾ ਪਤਾ ਹੁੰਦਾ, ਮੈਂ ਕਿੰਨੀ ਕੁ ਤਾਕਤ ਰੱਖਦਾ, ਮੇਰੇ ਕੋਲ ਕਿੰਨਾ ਕੁ ਧਨ ਹੈ, ਕਿੰਨੀ ਕੁ ਮੇਰੇ ਕੋਲ ਵਸਤੂ ਹੈ, ਮੈਂ ਕਿੰਨਾ ਕੁ ਕੁਝ ਸਹਿ ਸਕਦਾ, ਹਰ ਇੱਕ ਦੇ ਕੋਲ। ਤੇ ਜੇ ਗੁਰੂ ਨਾਨਕ ਸਾਹਿਬ ਆਪ ਪਰਮੇਸ਼ਵਰ ਨੇ, ਫਿਰ ਉਹ ਵੀ ਜਾਣਦੇ ਹੋਣਗੇ ਉਹਨਾਂ ਦਾ ਅੰਤ ਕਿੰਨਾ ਕੁ ਹੈ, ਉਹਨਾਂ ਦਾ ਕਿੰਨਾ ਕੁ ਵਿਸਥਾਰ ਹੈ। ਇਹ ਸਵਾਲ ਕੀਤਾ ਸੀ ਸਿੱਖਾਂ ਨੇ ਪੰਚਮ ਗੁਰਦੇਵ ਪਾਸ। ਤੋ ਪੰਚਮ ਗੁਰਦੇਵ ਸਾਹਿਬ ਨੇ ਫਰਮਾਇਆ, ਗੁਰਸਿੱਖੋ, ਅੰਤ ਉਸ ਦਾ ਹੁੰਦਾ ਜਿਸ ਦਾ ਆਦਿ ਹੋਵੇ। ਜਿਸ ਦਾ ਆਦਿ ਹੋਵੇ, ਅੰਤ ਉਸੇ ਦਾ ਹੀ ਹੋ ਸਕਦਾ ਨਾ। ਗੁਰੂ ਨਾਨਕ ਸਾਹਿਬ ਆਪ ਪਰਮੇਸ਼ਵਰ ਨੇ, ਉਹਨਾਂ ਦਾ ਨਾ ਕੋਈ ਆਦਿ ਹੈ, ਇਸ ਕਰਕੇ ਉਹਨਾਂ ਦਾ ਕੋਈ ਅੰਤ ਵੀ ਨਹੀਂ ਹੈ। ਅੰਤ ਉਹਦਾ ਹੁੰਦਾ ਜਿਹੜਾ, ਅੰਤ ਉਹਦਾ ਜਾਣਿਆ ਜਾ ਸਕਦਾ ਜਿਸ ਦਾ ਅੰਤ ਹੋਵੇ। ਜੋ ਹੈ ਹੀ ਬੇਅੰਤ, ਉਹਦਾ ਅੰਤ ਕਿਵੇਂ ਜਾਣਿਆ ਜਾ ਸਕਦਾ? ਉਹਦਾ ਨਾ ਕੋਈ ਆਦਿ ਹੈ, ਨਾ ਅੰਤ ਹੈ। ਸਾਡਾ ਸਾਰਿਆਂ ਦਾ ਆਦਿ ਹੈ, ਇਸ ਕਰਕੇ ਸਾਡਾ ਅੰਤ ਵੀ ਹੈ। ਇਸ ਧਰਤੀ ਦਾ ਆਦਿ ਹੈ, ਇਹਦਾ ਅੰਤ ਵੀ ਹੈ। ਸੂਰਜ, ਚੰਦਰਮਾ, ਤਾਰਿਆਂ ਦਾ ਆਦਿ ਹੈ, ਇਹਨਾਂ ਦਾ ਅੰਤ ਵੀ ਹੈ। ਪਰਮੇਸ਼ਰ ਦਾ ਨਾ ਕੋਈ ਆਦਿ ਹੈ, ਇਸ ਕਰਕੇ ਉਸ ਦਾ ਅੰਤ ਵੀ ਨਹੀਂ। ਤੇਰਾ ਅੰਤ ਨਾ ਜਾਈ ਲਖਿਆ। ਧੰਨ ਗੁਰੂ ਨਾਨਕ ਸਾਹਿਬ ਇਸੇ ਕਰਕੇ ਕਹਿ ਰਹੇ ਨੇ, ਹੇ ਪ੍ਰਭੂ ਤੇਰਾ ਅੰਤ ਨਹੀਂ ਜਾਣਿਆ ਜਾਂਦਾ, ਤੂੰ ਬੇਅੰਤ ਹੈ। ਉਹਨੂੰ ਬੇਅੰਤ ਕਹਿਣਾ ਹੀ, ਉਹਨੂੰ ਬੇਅੰਤ ਕਹਿਣਾ ਹੀ ਅੰਤ ਹੈ, ਕਿ ਤੂੰ ਬੇਅੰਤ ਹੈ, ਤੂੰ ਬੇਅੰਤ ਹੈ। ਕਿਸੇ ਵੀ ਪ੍ਰਕਾਰ ਨਾਲ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਜਾਤ ਮਹਿ ਜੋਤ, ਜੋਤ ਮਹਿ ਜਾਤਾ। ਜਿਤਨੇ ਮਾਨਸ ਜਾਤ ਹੈ, ਜਿਤਨੀਆਂ ਜੀਵ ਜੰਤੂਆਂ ਦੀਆਂ ਜਾਤੀਆਂ ਨੇ, ਸਭ ਦੇ ਵਿੱਚ ਉਹਦੀ ਜੋਤ ਹੈ। ਜਾਂ ਇਸ ਤਰ੍ਹਾਂ ਕਹਿ ਲਈਏ, ਉਸੇ ਦੀ ਜੋਤ ਕਰਕੇ ਹੀ ਸਾਰੇ ਜਾਣੇ ਜਾ ਰਹੇ ਨੇ, ਕਿਉਂਕਿ ਉਹ ਸਾਰਿਆਂ ਦਾ ਅਧਿਸ਼ਠਾਨ ਹੈ, ਸਭ ਦਾ ਆਸਰਾ ਹੈ। ਉਹਦੀ ਜੋਤ ਸਾਰਿਆਂ ਵਿੱਚ ਹੈ, ਜਾਂ ਇਸ ਤਰ੍ਹਾਂ ਕਹਿ ਲਈਏ, ਉਹਦੀ ਜੋਤ ਵਿੱਚ ਸਾਰੇ ਨੇ। ਏਦਾਂ ਵੀ ਕਹਿ ਸਕਦੇ ਹਾਂ, ਉਹਦੀ ਜੋਤ ਸਾਰਿਆਂ ਵਿੱਚ ਹੈ, ਜਾਂ ਇਸ ਤਰ੍ਹਾਂ ਕਹਿ ਲਈਏ, ਉਹਦੀ ਜੋਤ ਵਿੱਚ ਸਾਰੇ ਨੇ।
ਤਾਂ ਇੱਥੇ ਪਾਤਸ਼ਾਹ ਨੇ ਸ਼ਬਦ ਵਰਤਿਆ ਜਾਤ ਮਹਿ ਜੋਤ ਜੋਤ ਮਹਿ ਜਾਤਾ। ਫਿਰ ਅਕਲ ਦਾ ਮਤਲਬ ਹੁੰਦਾ ਕਲੇਸ਼ ਤੋਂ ਰਹਿਤ। ਅਕਲ ਕਲਹ ਤੋਂ ਰਹਿਤ। ਪਰਮੇਸ਼ਰ ਕਲਹ ਤੋਂ ਰਹਿਤ ਹੈ, ਕਲੇਸ਼ ਤੋਂ ਰਹਿਤ ਹੈ। ਉਹਦੇ ਸਰੂਪ ਵਿੱਚ ਕੋਈ ਕਲਹ ਕਲੇਸ਼ ਨਹੀਂ ਹੈ। ਇਸੇ ਕਰਕੇ ਬ੍ਰਹਮ ਗਿਆਨ ਦੀ ਅਵਸਥਾ 'ਚ ਕੋਈ ਟਿਕ ਗਿਆ, ਉੱਥੇ ਕਲਹ ਕਲੇਸ਼ ਸਮਾਪਤ ਹੋ ਗਿਆ। ਬ੍ਰਹਮ ਦਾ ਸਰੂਪ ਨਿਰਵਿਕਾਰ ਹੈ, ਇਸ ਕਰਕੇ ਉੱਥੇ ਕਲੇਸ਼ ਦਾ ਵਿਕਾਰ ਨਹੀਂ। ਕਲੇਸ਼ ਬੰਦਾ ਆਪਣੇ ਧੜੇਬੰਦੀ ਦੀ ਬਿਰਤੀ ਕਰਕੇ ਆਪੋ ਵਿੱਚ ਪਾ ਲੈਂਦਾ। ਧਰਮ ਦੇ ਨਾਂ ਤੇ ਮਜ਼ਹਬ ਦੇ ਨਾਂ ਤੇ ਆਪਸ ਵਿੱਚ ਲੜੀ ਭਿੜੀ ਜਾਂਦੇ ਆ। ਪਰਮਾਤਮਾ ਦੇ ਸਰੂਪ ਵਿੱਚ ਕਲੇਸ਼ ਨਹੀਂ ਹੈ। ਅਕਲ ਕਲਹ ਤੋਂ ਰਹਿਤ। ਕਲਾ ਕਲਾ ਦਾ ਮਤਲਬ ਉਹਦੀ ਸ਼ਕਤੀ ਸਾਰਿਆਂ ਵਿੱਚ ਇੱਕ ਰਸ ਭਰਪੂਰ ਹੈ, ਭਰਪੂਰ ਰਹਿਆ। ਉਹ ਕਲਹ ਕਲੇਸ਼ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰਿਆਂ ਵਿੱਚ ਭਰਪੂਰ ਹੈ, ਸਾਰਿਆਂ ਵਿੱਚ ਵਿਆਪਕ ਹੈ। ਭਰਪੂਰ ਰਹਿਆ ਸਾਰਿਆਂ ਵਿੱਚ ਪਰਿਪੂਰਨ ਹੈ। ਰੋਮ ਰੋਮ ਵਿੱਚ ਜ਼ਰਰੇ ਜ਼ਰਰੇ ਵਿੱਚ ਕਣ ਕਣ ਵਿੱਚ ਭਰਪੂਰ ਹੈ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਾਇਆ। ਹੇ ਪ੍ਰਭੂ ਤੂੰ ਸੱਚਾ ਸਾਹਿਬ ਹੈ, ਸਾਰੇ ਜਗਤ ਦਾ ਮਾਲਕ ਹੈ। ਤੇਰੀ ਜਿਹੜੀ ਸਿਫਤ ਹੈ ਨਾ ਉਹ ਸਵਾਲਿਓ। ਸਵਾਲਿਓ ਕਹਿੰਦੇ ਆ ਸੋਹਣੀ ਨੂੰ, ਸੁੰਦਰ ਨੂੰ। ਹੇ ਪ੍ਰਭੂ ਤੇਰੀਆਂ ਸਿਫਤਾਂ ਬੜੀਆਂ ਹੀ ਸੁੰਦਰ ਨੇ, ਬੜੀਆਂ ਹੀ ਸੋਹਣੀਆਂ ਤੇ ਸ਼ੋਭਨੀਕ ਨੇ। ਹੇ ਪ੍ਰਭੂ ਤੂੰ ਸੱਚਾ ਸਾਹਿਬ ਹੈ ਔਰ ਤੇਰੀ ਸਿਫਤ ਅਤੀ ਸੁੰਦਰ ਹੈ। ਪਰਮੇਸ਼ਰ ਦੀਆਂ ਸਿਫਤਾਂ ਇਤਨੀਆਂ ਸੁੰਦਰ ਨੇ, ਕੋਈ ਸੁਣਨ ਲੱਗੇ ਪ੍ਰੇਮ ਸਹਿਤ ਤੇ ਘੰਟਿਆਂ ਬੱਧੀ ਸੁਣੀ ਜਾਵੇ ਤੇ ਸੁਣ ਸੁਣ ਕੇ ਕਹਿੰਦਾ ਹੋਰ ਸੁਣੀਏ, ਹੋਰ ਸੁਣੀਏ। ਪਰਮੇਸ਼ਰ ਦੀਆਂ ਵਡਿਆਈਆਂ ਐਸੀਆਂ ਸੁੰਦਰ ਹਨ, ਰੱਬ ਦੇ ਪਿਆਰਿਆਂ ਨੂੰ ਭਾਉਂਦੀਆਂ ਹਨ। ਜਿਨ ਕੀਤੀ ਸੋ ਪਾਰ ਪਿਆ। ਹੈ ਪ੍ਰਭੂ ਜਿਨ੍ਹਾਂ ਜਿਨ੍ਹਾਂ ਨੇ ਤੇਰੀਆਂ ਸਿਫਤਾਂ ਕੀਤੀਆਂ ਨੇ, ਜਿਨ੍ਹਾਂ ਤੇਰੀ ਵਡਿਆਈ ਕੀਤੀ ਹੈ, ਜਿਨ੍ਹਾਂ ਤੈਨੂੰ ਸਲਾਹਿਆ ਹੈ, ਜਿਨ੍ਹਾਂ ਤੇਰੀ ਉਪਮਾ ਕੀਤੀ ਹੈ, ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਰ ਗਏ। ਜਿਨ ਕੀਤੀ ਸੋ ਪਾਰ ਪਿਆ। ਜਿਨ੍ਹਾਂ ਜਿਨ੍ਹਾਂ ਤੇਰੀਆਂ ਸਿਫਤਾਂ ਵਡਿਆਈਆਂ ਕੀਤੀਆਂ ਉਹ ਸੰਸਾਰ ਤੋਂ ਪਾਰ ਉਤਰ ਗਏ। ਜਿਨ੍ਹਾਂ ਜਿਨ੍ਹਾਂ ਜਪਿਆ ਵਾਹਿਗੁਰੂ 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 ਵਾਹਿਗੁਰੂ। ਪਰਮੇਸ਼ਰ ਦੀਆਂ ਵਡਿਆਈਆਂ ਹਨ। ਜਦੋਂ ਉਹਨੂੰ ਵਾਹੋ ਵਾਹੋ ਕਹਿ ਕੇ ਸਲਾਉਣਾ, ਹੈ ਗੁਰੂ ਤੂੰ ਵਾਹ ਹੈ, ਹੈ ਗੁਰੂ ਤੂੰ ਵਾਹ ਹੈ। ਜਿਨ੍ਹਾਂ ਜਿਨ੍ਹਾਂ ਨੇ ਸਿਫਤ ਕੀਤੀ ਉਹ ਇਸ ਭਾਵ ਸਾਗਰ ਤੋਂ ਪਾਰ ਉਤਰ ਗਏ। ਜਿਨ੍ਹਾਂ ਪਰਮੇਸ਼ਰ ਦੀਆਂ ਵਡਿਆਈਆਂ ਕੀਤੀਆਂ, ਅਕਾਲ ਪੁਰਖ ਦੀਆਂ ਵਡਿਆਈਆਂ ਕੀਤੀਆਂ, ਉਹਦੀ ਵਡਿਆਈ ਇਤਨੀ ਸੁੰਦਰ ਹੈ ਕਿ ਜਿਸ ਵਡਿਆਈ ਨੂੰ ਕਰਦਿਆਂ ਇਹ ਜੀਵ ਸੰਸਾਰ ਤੋਂ ਪਾਰ ਉਤਰ ਗਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਆ ਇਹ ਕਰਤੇ ਦੀਆਂ ਬਾਤਾਂ ਨੇ, ਕਰਤੇ ਦੀਆਂ। ਜਿਹੜਾ ਸਭ ਕੁਝ ਕਰਨ ਵਾਲਾ ਉਹਦੀਆਂ ਬਾਤਾਂ ਹਨ ਇਹ। ਤੋ ਗੁਰਦੇਵ ਕਹਿੰਦੇ ਉਹਦੀਆਂ ਬਾਤਾਂ ਕਰੀਏ। ਜਿਹੜਾ ਜੋ ਕਰਨਾ ਚਾਹੁੰਦਾ ਉਹ ਕਰ ਰਿਹਾ, ਜੋ ਕਿਛ ਕਰਨਾ, ਜੋ ਕਰਨਾ ਚਾਹੁੰਦਾ ਸੋ ਕਰ ਰਿਹਾ, ਉਹ ਕਰ ਰਿਹਾ। ਇਹ ਨਹੀਂ ਵੀ ਕਿਸੇ ਦੀ ਸਲਾਹ ਲੈਂਦਾ, ਕਿਸੇ ਨੂੰ ਪੁੱਛਦਾ, ਜਾਂ ਜੋ ਕਰ ਰਿਹਾ ਉਹਦੇ ਕੀਤੇ ਵਿੱਚ ਕੋਈ ਕਹੇ ਵੀ ਇਹ ਨਾ ਕਰ, ਐਸਾ ਨਹੀਂ ਹੈ। ਉਹਨੇ ਜੋ ਕਰਨਾ ਕਰਨਾ ਹੀ ਕਰਨਾ। ਉਸਨੇ ਜੋ ਕਰਨਾ ਉਹ ਹੋਣਾ ਹੀ ਹੋਣਾ। ਇਸ ਕਰਕੇ ਕਰਤੇ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜੋ ਕੀਤਾ ਉਹ ਹੋ ਰਿਹਾ ਹੈ। ਉਹਨੇ ਜੋ ਕਰਨਾ ਹੈ ਉਹੀ ਹੋ ਜਾਣਾ ਹੈ।
ਮਹੱਲਾ ਦੂਜਾ। ਹੁਣ ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਬਚਨ ਫਰਮਾਉਂਦੇ ਹਨ। ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣ। ਯੋਗ ਸ਼ਬਦੰ, ਯੋਗੀ ਦਾ ਧਰਮ ਕੀ ਹੈ? ਯੋਗੀ ਦਾ ਧਰਮ ਹੈ ਗਿਆਨ ਸ਼ਬਦੰ, ਗਿਆਨ ਦੀ ਵਿਚਾਰ ਕਰੇ। ਯੋਗੀ ਦਾ ਕਰਤੱਵ ਕੀ? ਯੋਗੀ ਦਾ ਧਰਮ ਇਹ ਨਹੀਂ ਕਿ ਕੰਨ ਪਾੜੇ, ਕੱਲੀਆਂ ਮੁੰਦਰਾਂ ਪਾ ਲਈਆਂ, ਹੱਥ 'ਚ ਚਿੱਪੀ ਫੜ ਲਈ, ਗਲ 'ਚ ਝੋਲੀ ਲੈ ਲਈ, ਇੱਕ ਹੱਥ 'ਚ ਡੰਡਾ ਫੜ ਲਿਆ ਤੇ ਅਲਖ ਜਗਾਉਂਦੇ ਫਿਰੇ ਲੋਕਾਂ ਦੇ ਦਰਾਂ ਤੇ ਮੰਗਦਿਆਂ। ਇਹ ਯੋਗੀ ਦਾ ਧਰਮ ਨਹੀਂ। ਯੋਗੀ ਦਾ ਧਰਮ ਹੈ ਗਿਆਨ ਦੀ ਵਿਚਾਰ ਕਰਨੀ, ਜਿਹੜਾ ਗਿਆਨ ਵਿਚਾਰੇ। ਵੇਦ ਸ਼ਬਦੰ ਬ੍ਰਾਹਮਣ ਹੈ, ਤੇ ਜਿਹੜਾ ਬ੍ਰਾਹਮਣ ਦਾ ਧਰਮ ਹੈ, ਬ੍ਰਾਹਮਣ ਦਾ ਜਿਹੜਾ ਉਪਦੇਸ਼ ਬ੍ਰਾਹਮਣ ਨੇ ਕਮਾਉਣਾ ਹੈ, ਬ੍ਰਾਹਮਣ ਵਾਸਤੇ ਉਪਦੇਸ਼ ਹੈ ਕਿ ਉਹ ਵੇਦਾਂ ਦੀ ਵਿਚਾਰ ਕਰੇ, ਵੇਦ ਪੜ੍ਹੇ, ਵੇਦ ਪੜ੍ਹਾਵੇ, ਵੇਦ ਵਿਚਾਰੇ। ਇਹ ਬ੍ਰਾਹਮਣ ਦਾ ਕਰਤੱਵ ਹੈ। ਗਿਆਨ ਦੀ ਵਿਚਾਰ ਕਰਨੀ ਬ੍ਰਾਹਮਣ ਦਾ ਧਰਮ ਹੈ। ਜਿਹੜਾ ਬ੍ਰਾਹਮਣ ਬ੍ਰਹਮ ਨੂੰ ਨਹੀਂ ਵਿਚਾਰਦਾ ਉਹ ਕਾਹਦਾ ਬ੍ਰਾਹਮਣ ਹੋਇਆ ਭਾਈ? ਉਹਦਾ ਧਰਮ ਹੈ ਵੇਦਾਂ ਨੂੰ ਵਿਚਾਰਨਾ। ਖਤ੍ਰੇ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ। ਖੱਤਰੀ ਦਾ ਧਰਮ ਉਪਦੇਸ਼ ਹੈ। ਉਹਨੇ ਇਹ ਉਪਦੇਸ਼ ਕਮਾਉਣਾ ਕਿ ਖੱਤਰੀ ਨੇ ਸੂਰਮਤਾਈ ਨੂੰ ਪਾਲਣਾ, ਜਿਹੜਾ ਆਪਣੇ ਕੁਸ਼ੇਤਰ ਦੀ ਰੱਖਿਆ ਕਰੇ ਉਹਨੂੰ ਛਤਰੀ ਕਹਿੰਦੇ ਆ। ਇਹ ਉਹਦਾ ਧਰਮ ਹੈ। ਸੂਰਮਾ ਹੋਣਾ, ਜੰਗ ਦੇ ਮੈਦਾਨ 'ਚ ਲੜਨਾ, ਵੈਰੀ ਦੇ ਸਾਹਮਣੇ ਟੱਕਰ ਲੈਣੀ, ਰਾਜ ਕਰਨਾ, ਉਹਦਾ ਧਰਮ ਹੈ। ਸੂਦਰ ਸ਼ਬਦੰ ਪ੍ਰਾਕਿਰਤ ਹੈ। ਵੈਸ਼ ਦਾ ਧਰਮ ਹੈ ਖੇਤੀ ਕਰਨੀ, ਤੇ ਸ਼ੂਦਰ ਵਾਸਤੇ ਉਪਦੇਸ਼ ਹੈ ਉਹਨੇ ਪ੍ਰਾਕਿਰਤ ਕਰਨੀ, ਯਾਨੀ ਕਿ ਨੌਕਰੀ ਚਾਕਰੀ ਕਰਨੀ। ਇੱਥੇ ਜਨਮ ਤੋਂ ਜਾਤੀ ਬਣਾ ਦਿੱਤੀ ਗਈ ਹੈ, ਵੈਸੇ ਜਨਮ ਤੋਂ ਜਾਤੀ ਨਹੀਂ ਹੈ, ਜਾਤੀ ਕਰਮ ਤੋਂ ਹੈ। ਜਿਹੜਾ ਜੈਸਾ ਕਰਮ ਕਰਦਾ ਉਹਦੀ ਵੈਸੀ ਜਾਤੀ ਸਦੀ ਜਾਂਦੀ। ਕੋਈ ਲੋਹੇ ਦਾ ਕੰਮ ਕਰੇ ਲੁਹਾਰ ਹੋ ਜਾਂਦਾ, ਕੋਈ ਬ੍ਰਾਹਮਣ ਦਾ ਲੜਕਾ ਖੇਤੀ ਕਰਨ ਲੱਗ ਪਵੇ ਤੇ ਉਹ ਵੈਸ਼ ਹੋ ਜਾਂਦਾ, ਤੇ ਕੋਈ ਵੈਸ਼ ਦਾ ਲੜਕਾ ਬ੍ਰਹਮ ਵਿਚਾਰਨ ਲੱਗ ਪਵੇ ਤੇ ਉਹ ਬ੍ਰਾਹਮਣ ਹੋ ਜਾਂਦਾ। ਇੱਥੇ ਤਾਂ ਕਰਮ ਤੋਂ ਜਾਤੀ ਹੈ, ਜਨਮ ਤੋਂ ਨਹੀਂ। ਕਹਿੰਦੇ ਜਿਹੜਾ ਪ੍ਰਾਕਿਰਤ ਹੈ ਕਰੇ ਉਹ ਸੂਦਰ। ਹਾਂਜੀ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਇਓ। ਪਰ ਸਾਰੇ ਸੰਸਾਰ ਦੇ ਜੀਵਾਂ ਦਾ ਇੱਕੋ ਇੱਕ ਸਾਧਾਰਨ ਧਰਮ ਹੈ ਜੋ ਹਰ ਇੱਕ ਪ੍ਰਾਣੀ ਮਾਤਰ ਦਾ ਹੈ। ਇਹ ਤਾਂ ਵੰਡੀ ਪਾ ਦਿੱਤੀ ਨਾ, ਕਹਿੰਦੇ ਸ਼ੂਦਰ ਪ੍ਰਾਕਿਰਤ ਕਰੇ ਇਹ ਉਹਦੇ ਲਈ ਉਪਦੇਸ਼ ਹੈ, ਵੇਦ ਬ੍ਰਾਹਮਣ ਪੜ੍ਹੇ ਉਹਦੇ ਲਈ ਉਪਦੇਸ਼ ਹੈ। ਪਾਤਸ਼ਾਹ ਕਹਿੰਦੇ ਵੀ ਮੇਰਾ ਸਿਧਾਂਤ ਇਹ ਹੈ, ਗੁਰੂ ਨਾਨਕ ਸਾਹਿਬ ਦੇ ਘਰ ਦਾ ਇਹ ਸਿਧਾਂਤ ਹੈ ਕਿ ਸੰਸਾਰ ਦੇ ਹਰ ਇੱਕ ਪ੍ਰਾਣੀ ਮਾਤਰ ਦਾ ਧਰਮ ਹੈ ਸਾਧਾਰਨ ਧਰਮ। ਉਹ ਇਹ ਹੈ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਭੇਦ ਨੂੰ ਜਾਣਨਾ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਇਓ, ਕਿ ਇੱਕ ਅਕਾਲ ਪੁਰਖ ਪਰਮੇਸ਼ਰ ਹੀ ਸਾਰਿਆਂ ਵਿੱਚ ਵਰਤ ਰਿਹਾ ਹੈ। ਜਿਹੜਾ ਕੋਈ ਇਸ ਦੇ ਭੇਦ ਨੂੰ ਜਾਣ ਲਵੇ, ਹਰ ਇੱਕ ਪ੍ਰਾਣੀ ਮਾਤਰ ਦਾ ਧਰਮ ਹੈ ਕਿ ਉਹਨੂੰ ਜਾਣੇ ਜੋ ਸਾਰਿਆਂ ਵਿੱਚ ਵਰਤਦਾ ਹੈ। ਇਹ ਸਭ ਦਾ ਧਰਮ ਹੈ। ਇਹਨੂੰ ਕਹਿੰਦੇ ਆ ਸਰਬ ਸਾਂਝਾ ਧਰਮ। ਇੱਕ ਮੁਸਲਮਾਨ ਵਾਸਤੇ ਵੀ ਹੈ, ਈਸਾਈ ਵਾਸਤੇ ਵੀ ਹੈ, ਯਹੂਦੀ ਪਾਰਸੀ ਵਾਸਤੇ ਵੀ ਹੈ ਕਿ ਉਹਦਾ ਭੇਦ ਜਾਣੇ ਜਿਹੜਾ ਸਾਰਿਆਂ ਵਿੱਚ ਵਿਆਪਕ ਹੈ। ਹਾਂਜੀ। ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦਿਓ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਫਰਮਾਉਂਦੇ ਨੇ ਕਿ ਜਿਹੜਾ ਪਰਮੇਸ਼ਰ ਦੇ ਭੇਦ ਨੂੰ ਜਾਣ ਕੇ ਆਤਮ ਗਿਆਨੀ ਹੋ ਜਾਏ, ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋ ਜਾਏ, ਮਹਾਰਾਜ ਜੀ ਕਹਿੰਦੇ ਮੈਂ ਉਹਦਾ ਦਾਸ ਹਾਂ। ਉਹ ਜਿਹੜਾ ਉਸ ਨਿਰੰਜਨ ਦੇਵ ਪਰਮੇਸ਼ਰ ਦਾ ਸਰੂਪ ਹੋ ਗਿਆ, ਪਾਤਸ਼ਾਹ ਕਹਿੰਦੇ ਮੈਂ ਉਹਦਾ ਦਾਸ ਹਾਂ, ਉਹਦਾ ਸੇਵਕ ਹਾਂ। ਮਹੱਲਾ ਦੂਜਾ। ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾ ਆਤਮਾ। ਕ੍ਰਿਸ਼ਨੰ ਦੂਸਰੇ ਪਾਤਸ਼ਾਹ
ਸ਼ਲੋਕ ਉਚਾਰ ਰਹੇ ਨੇ। ਕ੍ਰਿਸ਼ਨ ਕਿਸ ਨੂੰ ਕਹਿੰਦੇ ਆ? ਜਿਹੜਾ ਕ੍ਰਿਸ਼ਨ ਹੋਵੇ। ਕ੍ਰਿਸ਼ਨਾ, ਕ੍ਰਿਸ਼ ਜਿਹੜੀ ਚੀਜ਼ ਖਤਮ ਹੋਵੇ ਉਹਨੂੰ ਕਹਿੰਦੇ ਨੇ ਕ੍ਰਿਸ਼। ਕ੍ਰਿਸ਼ ਹੋ ਰਹੀ ਹੈ, ਖਤਮ ਹੋ ਰਹੀ ਹੈ। ਕ੍ਰਿਸ਼ਨੰ ਦਾ ਅਰਥ ਕਰਾਂਗੇ ਜਿਹੜਾ ਖਤਮ ਨਹੀਂ ਹੁੰਦਾ, ਜਿਹੜਾ ਕ੍ਰਿਸ਼ ਨਹੀਂ ਹੁੰਦਾ। ਸਾਡਾ ਸਰੀਰ ਕ੍ਰਿਸ਼ ਹੁੰਦਾ, ਜਨਮ ਤੋਂ ਲੈ ਕੇ ਹੁਣ ਤੱਕ ਇਹ ਘਟਦਾ ਹੀ ਚੱਲਿਆ ਜਾ ਰਿਹਾ ਹੈ। ਸਰੀਰ ਭਾਵੇਂ ਵੱਧ ਰਿਹਾ ਪਰ ਇਹਦੇ ਅੰਦਰ ਜਿਹੜਾ ਤਾਣ ਹੈ, ਤਾਕਤ ਹੈ, ਉਹ ਦਿਨ ਪ੍ਰਤੀ ਦਿਨ ਕ੍ਰਿਸ਼ ਹੋ ਰਹੀ, ਘਟ ਰਹੀ ਹੈ। ਬੁਢੇਪੇ ਤੱਕ ਜਾਂਦਿਆਂ ਜਾਂਦਿਆਂ ਘਟਦੀ ਚਲੀ ਜਾਣੀ, ਕ੍ਰਿਸ਼। ਪਰਮਾਤਮਾ ਦਾ ਬਲ ਕਦੇ ਕ੍ਰਿਸ਼ ਨਹੀਂ ਹੁੰਦਾ, ਉਹਨੂੰ ਕਹਿੰਦੇ ਨੇ ਕ੍ਰਿਸ਼ਨੰ। ਏਕ ਕ੍ਰਿਸ਼ਨੰ, ਉਹ ਜਿਹੜਾ ਇੱਕ ਬ੍ਰਹਮ ਪਰਮੇਸ਼ਵਰ ਹੈ, ਸਰਬ ਦੇਵਾ, ਉਹ ਸਾਰਿਆਂ ਦਾ ਦੇਵਤਾ ਹੈ, ਸਾਰਿਆਂ ਦਾ ਪੂਜਨੀਕ ਹੈ, ਸਾਰਿਆਂ ਨੂੰ ਪ੍ਰਕਾਸ਼ ਕਰਨ ਵਾਲਾ ਹੈ। ਦੇਵ ਦੇਵਾ, ਉਹ ਤਾਂ ਦੇਵਤਿਆਂ ਦਾ ਵੀ ਦੇਵਤਾ ਹੈ। ਤਾਂ ਆਤਮਾ, ਉਸੇ ਦੀ ਆਤਮਾ ਹੈ ਸਾਰਿਆਂ ਵਿੱਚ। ਆਖੋ ਸਤਿਨਾਮ ਸ੍ਰੀ। ਉਹ ਜਿਹੜਾ ਬ੍ਰਹਮ ਹੈ ਇੱਕ ਅਕਾਲ ਪੁਰਖ, ਉਹ ਸਾਰਿਆਂ ਦਾ ਦੇਵ ਹੈ, ਦੇਵਤਿਆਂ ਦਾ ਦੇਵ, ਅਧਿ ਦੇਵ ਹੈ। ਤੇ ਫਿਰ ਉਸੇ ਦੀ ਆਤਮਾ ਹੈ ਸੰਸਾਰ ਦੇ ਸਮਸਤ ਜੀਵਾਂ ਵਿੱਚ। ਉਸੇ ਦੀ ਆਤਮਾ ਦੇਵ ਪ੍ਰਕਾਸ਼ ਰਹੀ ਹੈ ਸੰਸਾਰ ਦੇ ਸਮਸਤ ਜੀਵਾਂ ਵਿੱਚ। ਆਤਮਾ ਬਾਸ ਦਿਵਸ ਜੇ ਕੋ ਜਾਣੈ ਭਇਓ। ਆਤਮਾ ਬਾਸ ਦਿਵਸ ਜੇ ਕੋ ਜਾਣੈ ਭਇਓ। ਬਾਸ ਦਿਵਸਿਆ ਦਾ ਮਤਲਬ ਉਹ ਰੱਬ ਜਿਹੜਾ ਸਾਰਿਆਂ 'ਚ ਵਸਦਾ, ਉਹਦੀ ਆਤਮਾ ਹੀ ਸਾਰਿਆਂ ਵਿੱਚ ਹੈ। ਜਿਵੇਂ ਜਮਾਨ ਕੇ ਵਿਖੈ ਸਮਸਤ ਏਕ ਜੋਤ ਹੈ। ਨਾ ਘਾਟ ਹੈ ਨਾ ਬਾੜ ਹੈ, ਨਾ ਬਾੜ ਘਾਟ ਹੋਤ ਹੈ। ਜਿਸ ਦੀ ਜੋਤ ਸਾਰਿਆਂ ਵਿੱਚ ਪ੍ਰਕਾਸ਼ ਰਹੀ ਹੈ। ਜਿਹੜਾ ਇਸ ਭੇਦ ਨੂੰ ਜਾਣ ਲਵੇ, ਜੇ ਕੋ ਜਾਣੈ ਭਇਓ। ਇਹ ਰਮਜ ਨੂੰ, ਇਸ ਭੇਦ ਨੂੰ ਜੇ ਕੋਈ ਸਮਝ ਲਵੇ, ਜਾਣ ਲਵੇ। ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਓ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਕਹਿੰਦੇ, ਮੈਂ ਉਹਦਾ ਦਾਸ ਹਾਂ, ਸੇਵਕ ਹਾਂ, ਕਿਉਂਕਿ ਉਹ ਨਿਰੰਜਨ ਦੇਓ ਪਰਮੇਸ਼ਰ ਦਾ ਸਰੂਪ ਹੋ ਗਿਆ। ਜਿਹਨੇ ਇਸ ਭੇਦ ਨੂੰ ਸਮਝ ਲਿਆ। ਮਹੱਲਾ ਪਹਿਲਾ। ਹੁਣ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਸ਼ਲੋਕ ਉਚਾਰਦੇ ਹਨ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨ ਹੋਏ। ਪਾਤਸ਼ਾਹ ਕਹਿੰਦੇ ਕਿ ਪਾਣੀ ਨੂੰ ਇਕੱਠਾ ਕਰਕੇ ਰੱਖਣ ਲਈ ਘੜਾ ਚਾਹੀਦਾ। ਕੁੰਭ ਦੇ ਵਿੱਚ ਉਹਨੂੰ ਬੰਨ੍ਹ ਕੇ ਰੱਖਦੇ ਆਪਾਂ ਪਾਣੀ, ਪਰ ਪਾਣੀ ਤੋਂ ਬਿਨਾਂ ਘੜਾ ਪੈਦਾ ਨਹੀਂ ਹੁੰਦਾ। ਘੜਾ ਬਣਾਉਣ ਵਾਸਤੇ ਵੀ ਪਾਣੀ ਚਾਹੀਦਾ। ਇੱਕ ਹੁੰਦਾ ਨਿਮਿਤ ਕਾਰਨ, ਇੱਕ ਹੁੰਦਾ ਉਪਾਦਾਨ ਕਾਰਨ। ਘੜੇ ਦਾ ਉਪਾਦਾਨ ਕਾਰਨ ਕਿਹੜਾ? ਮਿੱਟੀ ਤੇ ਪਾਣੀ ਜਿਹਦੇ ਤੋਂ ਬਣਿਆ। ਇੱਕ ਮਿੱਟੀ, ਦੂਜਾ ਪਾਣੀ। ਉਹਨੂੰ ਕਹਿੰਦੇ ਨੇ ਘੜੇ ਦਾ ਉਪਾਦਾਨ ਕਾਰਨ। ਨਿਮਿਤ ਕਾਰਨ ਕੌਣ ਹੈ? ਘੁਮਿਆਰ ਜਿਹਨੇ ਉਹਨੂੰ ਬਣਾਇਆ। ਘੁਮਿਆਰ ਤੋਂ ਬਿਨਾਂ ਘੜਾ ਨਹੀਂ ਸੀ ਬਣ ਸਕਦਾ। ਉਹ ਉਪਾਦਾਨ ਕਾਰਨ ਮਿੱਟੀ ਹੈ, ਪਰ ਮਿੱਟੀ ਤੋਂ ਆਪਣੇ ਆਪ ਤਾਂ ਨਹੀਂ ਘੜਾ ਬਣਦਾ। ਬਣਾਉਣ ਲਈ ਤਾਂ ਚਾਹੀਦਾ ਸੀ ਨਾ ਕੋਈ ਘੁਮਿਆਰ। ਘੁਮਿਆਰ ਨਿਮਿਤ ਕਾਰਨ ਹੈ। ਜਿਹੜੇ ਚੱਕਰ ਤੇ ਬਣਾਇਆ ਗਿਆ, ਜਿਹੜੇ ਡੰਡੇ ਨਾਲ ਉਸ ਚੱਕਰ ਨੂੰ ਫੇਰਿਆ ਗਿਆ, ਉਹ ਵੀ ਨਿਮਿਤ ਕਾਰਨ ਹੀ ਹੈ। ਇਸੇ ਤਰ੍ਹਾਂ ਅਗਲੀ ਪੰਕਤੀ 'ਚ ਦੱਸਦੇ ਹਨ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨ ਹੋਏ। ਉਪਾਦਾਨ ਕਾਰਨ ਤੋਂ ਬਿਨਾਂ ਘੜਾ ਨਹੀਂ ਸੀ ਬਣ ਸਕਦਾ, ਤੇ ਘੜੇ ਤੋਂ ਬਿਨਾਂ ਪਾਣੀ ਕਿਵੇਂ ਇਕੱਠਾ ਕਰਕੇ ਰੱਖੋਗੇ? ਘੜੇ 'ਚ ਪਾਣੀ ਬਿਨਾਂ ਘੜਾ ਨਹੀਂ ਹੈ। ਤੇ ਬਣਾਉਣ ਵਾਲਾ ਘੁਮਿਆਰ ਵੀ ਚਾਹੀਦਾ ਸੀ। ਇਨ ਬਿਨ ਇਸੇ ਤਰ੍ਹਾਂ ਗਿਆਨ ਦਾ ਬੱਧਾ ਇਹ ਮਨ ਰਹਿੰਦਾ ਹੈ। ਮਨ ਇਕਾਗਰ ਕਦੋਂ ਹੁੰਦਾ? ਜਦੋਂ ਇਹਨੂੰ ਗਿਆਨ ਹੋ ਜਾਏ। ਪਰ ਨਾਲ ਇਹ ਵੀ ਕਹਿੰਦੇ ਆ, ਗੁਰ ਬਿਨ ਗਿਆਨ ਨਾ ਹੋਏ। ਜਿਵੇਂ ਪਾਣੀ ਤੇ ਮਿੱਟੀ ਤੋਂ ਬਿਨਾਂ ਘੜਾ ਹੋ ਨਹੀਂ ਸੀ ਸਕਦਾ, ਯਾਨੀ ਕਿ
ਘੁਮਿਆਰ ਤੋਂ ਬਿਨਾਂ ਉਹ ਬਣ ਨਹੀਂ ਸੀ ਸਕਦਾ, ਇਸੇ ਤਰ੍ਹਾਂ ਗਿਆਨ ਗੁਰੂ ਤੋਂ ਬਿਨਾਂ ਹੋ ਨਹੀਂ ਸਕਦਾ। ਗੁਰੂ ਨਿਮਿਤ ਕਾਰਨ ਹੈ, ਸਾਡਾ ਜਿਹੜਾ ਮਨ ਹੈ ਇਹ ਉਪਾਦਾਨ ਕਾਰਨ ਹੈ, ਉਹਦੇ ਤੋਂ ਬਣਿਆ ਜੋਤ ਸਰੂਪ ਤੋਂ, ਸੂਖਮ ਤੱਤਾਂ ਤੋਂ। ਪਰ ਇਹਦਾ ਨਿਮਿਤ ਕਾਰਨ ਹੈ, ਇਹਨੂੰ ਗਿਆਨ ਦੇਣ ਵਾਸਤੇ ਗੁਰੂ ਹੈ। ਪਾਤਸ਼ਾਹ ਕਹਿੰਦੇ ਮਨ ਤਾਂ ਟਿਕਦਾ, ਤਾਂ ਇਕਾਗਰ ਹੁੰਦਾ ਜੇ ਗਿਆਨ ਹੋਵੇ। ਤੋ ਗਿਆਨ ਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ, ਗੁਰੂ ਬਿਨਾਂ ਗਿਆਨ ਹੋ ਹੀ ਨਹੀਂ ਸਕਦਾ। ਜੈਸੋ ਚੰਦਾ ਉਗਵੈ ਸੂਰਜ ਚੜਾ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਬਿਨਾਂ ਹਨੇਰਾ ਹੀ ਹਨੇਰਾ ਹੈ। ਪੌੜੀ ਧੰਨ ਗੁਰੂ ਨਾਨਕ ਸਾਹਿਬ ਜੀ ਉਚਾਰਦੇ ਹਨ, ਪੜਿਆ ਹੋਵੇ ਗੁਨਹਗਾਰ ਤਉਮੇ ਸਾਧਨਾ ਮਾਰੀ ਹੈ। ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਪੜਿਆ ਹੋਵੇ, ਜਿਹੜਾ ਪੜਿਆ ਲਿਖਿਆ ਉਹ ਗੁਨਾਹਗਾਰ ਹੋਵੇ, ਵੀ ਉਹਨੇ ਗੁਨਾਹ ਕੀਤਾ ਹੋਵੇ ਤੇ ਪਰਮੇਸ਼ਰ ਦੀ ਦਰਗਾਹ ਵਿੱਚ ਜਾਵੇ, ਤੇ ਇਹ ਨਹੀਂ ਹੁੰਦਾ ਵੀ ਇਹ ਪੜਿਆ ਹੋਇਆ ਵੀ ਚਲੋ ਜੀ ਇਹਨੂੰ ਰਹਿਣ ਦਿਓ, ਦੀ ਜਗ੍ਹਾ ਤੇ ਆ ਜਿਹੜਾ ਅਨਪੜ੍ਹ ਸਾਧ ਹੈ ਇਹਨੂੰ ਮਾਰ ਦਿਓ। ਐਸਾ ਨਹੀਂ ਹੁੰਦਾ ਵੀ ਗੁਨਾਹਗਾਰ ਪੜਿਆ ਲਿਖਿਆ ਹੋਵੇ ਤੇ ਉਹਦੀ ਜਗ੍ਹਾ ਦੇ ਉੱਤੇ ਕੋਈ ਅਨਪੜ੍ਹ ਥੋੜੀ ਕੁੱਟਿਆ ਜਾਏਗਾ, ਅਨਪੜ੍ਹ ਥੋੜੀ ਮਾਰਿਆ ਜਾਏਗਾ। ਨਿਰੰਕਾਰ ਦੇ ਘਰ ਦੇ ਵਿੱਚ ਤਾਂ ਜਿਹਨੇ ਕੀਤਾ ਉਸੇ ਨੇ ਭੋਗਣਾ, ਉਸੇ ਨੇ ਕੱਟਣਾ। ਇਹ ਨਹੀਂ ਕਿ ਕਿਸੇ ਦੇ ਕਰਮ ਦਾ ਫਲ ਕੋਈ ਦੂਜਾ ਭੋਗਦਾ ਫਿਰੇ। ਜਿਸ ਨੇ ਕੀਤਾ ਉਸੇ ਨੇ ਭੋਗਣਾ, ਉਸੇ ਨੇ ਕੱਟਣਾ। ਇਹ ਵਿਧਾਨ ਹੈ ਪਰਮੇਸ਼ਰ ਦੇ ਘਰ ਦਾ। ਜਿਹਾ ਘਾਲੇ ਘਾਲਣਾ ਤੇ ਵੇਹੋ ਨਾਉ ਪਚਾਰੀਐ। ਇਸ ਸੰਸਾਰ ਦੇ ਵਿੱਚ ਜਿਹੋ ਜੀ ਕੋਈ ਘਾਲਣਾ ਘਾਲਦਾ, ਕੋਈ ਕੰਮ ਕਰਦਾ ਉਹਨੂੰ ਉਦਾਂ ਦਾ ਬੋਲਣ ਲੱਗ ਪੈਂਦੇ। ਕੋਈ ਅਮਲੀ ਅਮਲ ਕਰਨ ਲੱਗ ਪਏ ਉਹਨੂੰ ਅਮਲੀ ਕਹਿਣ ਲੱਗ ਪੈਂਦੇ। ਕੋਈ ਬਹੁਤ ਸ਼ਰਾਬ ਪੀਵੇ ਉਹਨੂੰ ਸ਼ਰਾਬੀ ਕਹਿਣ ਲੱਗ ਪੈਂਦੇ ਆ। ਚੋਰੀਆਂ ਕਰੇ ਉਹਨੂੰ ਚੋਰ ਕਹਿਣ ਲੱਗ ਪਈਦਾ। ਜਿੱਦਾਂ ਦਾ ਕੋਈ ਕੰਮ ਕਰਦਾ ਉਹਨੂੰ ਉਹੀ ਨਾਂ ਲੈ ਕੇ ਬੁਲਾਇਆ ਜਾਣ ਲੱਗ ਪੈਂਦਾ। ਇਸ ਜੀਵ ਨੇ ਇੱਥੇ ਜਿਹੋ ਜਿਹੇ ਕਰਮ ਕੀਤੇ ਨੇ, ਇੱਥੇ ਭਾਵੇਂ ਦਾ ਨਾਂ ਬਹੁਤ ਵੱਡਾ ਹੋਵੇ, ਫਲਾਣਾ ਸਿਉ ਅਮਕਾ ਸਿਉ, ਵੱਖੋ ਵੱਖਰੇ ਨਾਵਾਂ ਨਾਲ ਸਾਨੂੰ ਸਾਰਿਆਂ ਨੂੰ ਬੁਲਾਇਆ ਜਾਂਦਾ, ਪਰ ਨਿਰੰਕਾਰ ਦੇ ਘਰ ਦੇ ਵਿੱਚ ਜਦੋਂ ਗਿਆ ਉੱਥੇ ਆਹ ਨਾਂ ਨਹੀਂ ਵਰਤੇ ਜਾਣੇ ਵੀ ਫਲਾਣਾ ਸਿਆ ਵੀ ਤੂੰ ਆ। ਉੱਥੇ ਜਿਹੜੇ ਕੀਤੇ ਕਰਮ ਨੇ ਉਹਨਾਂ ਕੀਤੇ ਕਰਮਾਂ ਮੁਤਾਬਕ ਇਹਨੂੰ ਆਵਾਜ਼ਾਂ ਪੈਣੀਆਂ ਨੇ ਵੀ ਆ ਬਈ। ਜੇ ਠੱਗੀਆਂ ਕੀਤੀਆਂ ਤੇ ਠੱਗ ਕਹਿ ਕੇ ਬੁਲਾਇਆ ਜਾਣਾ। ਇੱਥੇ ਭਾਵੇਂ ਬੜਾ ਸਮਾਜ 'ਚ ਪ੍ਰਤਿਸ਼ਠਿਤ ਵਿਅਕਤੀ ਹੋਵੇ, ਬੜੇ ਉੱਚੇ ਰੁਤਬੇ ਤੇ ਬੈਠਾ ਹੋਵੇ, ਪਰ ਜਦੋਂ ਨਿਰੰਕਾਰ ਦੇ ਘਰ ਵਿੱਚ ਗਿਆ ਇੱਥੇ ਠੱਗੀਆਂ ਕਰਕੇ ਤੇ ਉੱਥੇ ਫਿਰ ਠੱਗ ਕਹਿ ਕੇ ਬੁਲਾਇਆ ਜਾਣਾ, ਚੋਰ ਕਹਿ ਕੇ ਬੁਲਾਇਆ ਜਾਣਾ। ਭਾਵੇਂ ਸਰੀਰ ਕਰਕੇ ਨਹੀਂ ਚੋਰੀ ਕੀਤੀ, ਮਨ ਕਰਕੇ ਕਿੰਨੀਆਂ ਚੋਰੀਆਂ ਕਰਦਾ। ਪਾਤਸ਼ਾਹ ਕਹਿੰਦੇ ਜਿਹੋ ਜੀ ਕੋਈ ਘਾਲਣਾ ਘਾਲਦਾ ਉੱਥੇ ਉਹੋ ਜਿਹਾ ਨਾਂ ਲੈ ਕੇ ਪਚਾਰੀ ਆਵਾਜ਼ਾਂ ਪੈਂਦੀਆਂ ਹਨ। ਐਸੀ ਕਲਾ ਨਾ ਖੇਡੀਐ ਜਿਦ ਦਰਗਹਿ ਗਿਆ ਹਾਰੀਐ। ਪਾਤਸ਼ਾਹ ਕਹਿੰਦੇ ਇਹੋ ਜਿਹਾ ਕੰਮ ਨਾ ਕਰੀ ਵੇ ਸੱਜਣਾ ਕਿ ਤੈਨੂੰ ਅਕਾਲ ਪੁਰਖ ਦੀ ਦਰਗਾਹ ਵਿੱਚ ਹਾਰ ਨਾ ਪਵੇ। ਇਹੋ ਜਿਹਾ ਕੰਮ ਨਾ ਕਰੀ, ਇਹੋ ਜੀ ਕਲਾ ਨਾ ਖੇਡੀ, ਇਹੋ ਜੀ ਬਾਜੀ ਨਾ ਖੇਡੀ ਕਿ ਇਸ ਸੰਸਾਰ ਵਿੱਚੋਂ ਹਾਰ ਕੇ ਤੈਨੂੰ ਜਾਣਾ ਪਵੇ। ਬਹੁਤੇ ਹਾਰ ਕੇ ਹੀ ਜਾ ਰਹੇ ਨੇ। ਕਲਾ ਦਾ ਮਤਲਬ ਹੁੰਦਾ ਬਾਜੀ ਖੇਡਣੀ। ਇੱਥੇ ਇਹੋ ਜੀ ਬਾਜੀ ਨਾ ਖੇਡੀ ਕਿ ਇੱਥੋਂ ਹਾਰ ਕੇ ਪਰਮੇਸ਼ਰ ਦੀ ਦਰਗਾਹ ਵਿੱਚ ਜਾਣਾ ਪਵੇ। ਪੜਿਆ ਅਤੇ ਓਮੀਆਂ ਵਿਚਾਰ ਅੱਗੇ ਵਿਚਾਰੀਐ। ਇੱਥੇ ਤਾਂ ਕਿਹਾ ਜਾਂਦਾ ਜੀ ਇਹ ਬੰਦਾ ਪੜਿਆ ਲਿਖਿਆ ਤੇ ਅਨਪੜ੍ਹ ਹੈ। ਓਮੀਆਂ ਅਨਪੜ੍ਹ ਹੈ। ਪਰ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਜਦੋਂ ਇਹ ਜਾਏਗਾ ਨਾ ਨਿਰੰਕਾਰ ਦੇ ਘਰ, ਤੇ ਜੇ ਪੜ੍ਹ ਲਿਖ ਕੇ ਇਹਨੇ ਗੁਨਾਹ ਕੀਤੇ ਨੇ ਤਾਂ ਉੱਥੇ ਨਿਰੰਕਾਰ ਦੇ ਘਰ ਵਿੱਚ ਗਿਆ ਤੇ ਉੱਥੇ ਵਿਚਾਰਿਆ ਜਾਏਗਾ ਕਿ ਅਨਪੜ੍ਹ ਹੈ ਕਿ ਪੜ੍ਹਿਆ ਲਿਖਿਆ। ਇਹ ਵਿਚਾਰ ਉਹਦੇ ਘਰ 'ਚ ਹੋਣੀ। ਜਿਹਨੇ ਭਜਨ ਕੀਤਾ, ਬੰਦਗੀ ਕੀਤੀ ਆ, ਪਰਮੇਸ਼ਰ ਦੀ ਇਬਾਦਤ ਕਰਦਿਆਂ ਜੀਵਨ ਬਤੀਤ ਕੀਤਾ, ਉਹ ਵਿਚਾਰਿਆ ਜਾਏਗਾ ਨਿਰੰਕਾਰ ਦੇ ਘਰ ਦੇ ਵਿੱਚ ਵੀ ਇਹ ਪੜ੍ਹਿਆ ਹੋਇਆ। ਤੇ ਜਿਹਨੇ ਪੜ੍ਹ ਲਿਖ ਕੇ ਵੀ ਠੱਗੀਆਂ ਹੀ ਕੀਤੀਆਂ, ਸੰਸਾਰ 'ਚ ਮਾੜੇ ਭੈੜੇ ਕਰਮ ਹੀ ਕੀਤੇ ਆ, ਉਹ ਨਿਰੰਕਾਰ ਦੇ ਘਰ ਦੇ ਵਿੱਚ ਅਨਪੜ੍ਹ ਸਾਬਤ ਹੋਵੇਗਾ। ਉੱਥੇ ਇਦਾਂ ਵਿਚਾਰ ਹੋਣੀ ਹੈ। ਉੱਥੇ ਡਿਗਰੀਆਂ ਨਹੀਂ ਵੇਖਣੀਆਂ,
तू किहड़ी यूनीवर्सिटी चों किहड़ी डिग्री लैके आया, लिया बई। उन्हें नहीं वेखना भी इत्थे ने फलाने विषय ते PhD कीती सी, फलाने सबजैक्ट दे उत्ते ने आ खोज कीती सी, इन्ना पढ़िया लिखिया, PhD तो अगे D.Litt तक भी पहुंच गया, बड़ी दूर तक पढ़ाइयां कर लिया ने, बड़े शास्त्र अध्ययन कर लए ने, बड़े वेद पुराण कोख लए ने। उथे डिग्रियां नहीं वेखियां जानियां, उथे कर्म वेखे जाने हैं। ਇਹਦੇ ਕੀਤੇ ਕਰਮਾਂ ਮੁਤਾਬਕ ਵਿਚਾਰ ਹੋਣੀ ਹੈ, ਕਿਹੜਾ ਪੜਿਆ ਹੋਇਆ ਤੇ ਕਿਹੜਾ ਅਨਪੜ੍ਹ ਹੈ। ਮੋਹਿ ਚੱਲੈ ਸੋ ਅੱਗੇ ਹਾ ਮਾਰੀਐ, ਮੋਹਿ ਚੱਲੈ ਸੋ ਅੱਗੇ ਮਾਰੀਐ। ਜਿਹੜੇ ਇੱਥੇ ਮੂੰਹ ਤਾਣੇ ਹੋ ਕੇ ਚੱਲਦੇ ਆ ਨਾ, ਮੂੰਹ ਤਾਣੇ, ਇੱਥੇ ਮੋਹਿ ਚੱਲੈ ਦਾ ਮਤਲਬ ਹੁੰਦਾ ਮੂੰਹ ਤਾਣੇ ਹੋ ਕੇ ਚੱਲਣਾ, ਆਪ ਹੁਦਰੀਆਂ ਕਰਨੀਆਂ ਮਨਮੁਖਾਂ ਵਾਂਗੂ। ਜਿਹੜੇ ਇੱਥੇ ਆਪ ਹੁਦਰੀਆਂ ਕਰਦੇ ਤੇ ਮੂੰਹ ਤਾਣੇ ਹੋ ਕੇ ਚੱਲਦੇ ਨੇ, ਉਹ ਨਿਰੰਕਾਰ ਦੇ ਘਰ ਵਿੱਚ ਅੱਗੇ ਮਾਰੇ ਜਾਂਦੇ ਨੇ, ਜਮਾਂ ਦੀ ਕੁੱਟ ਦੇ ਮਾਰ ਦਾ ਸ਼ਿਕਾਰ ਬਣਦੇ ਹੈ। ਜਿਹੜੇ ਇੱਥੇ ਮੂੰਹ ਤਾਣੇ ਹੋ ਕੇ ਚੱਲਦੇ ਨੇ, ਅੱਗੇ ਉਹਨਾਂ ਦੇ ਮੂੰਹ ਤੇ ਮਾਰਾਂ ਪੈਂਦੀਆਂ ਨੇ, ਜਮਾਂ ਦੀਆਂ ਚਪੇੜਾਂ ਪੈਂਦੀਆਂ, ਲਾਹਨਤਾਂ ਤੇ ਧਰਕਾਰਾਂ ਪੈਂਦੀਆਂ। ਤੂੰ ਮੂੰਹ ਤਾਣਾ ਹੋ ਕੇ ਆਪਣੀਆਂ ਮਰਜ਼ੀਆਂ ਕਰਦਾ ਰਿਹਾ, ਆ ਹੁਣ ਲੇਖਾ ਭੋਗ, ਕਿ ਤੇਰੇ ਕੀਤੇ ਕਰਮਾਂ ਦਾ ਫਲ ਹੈ, ਹੁਣ ਤੈਨੂੰ ਭੋਗਣਾ ਪਵੇਗਾ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਸਾਰਿਆਂ ਨੂੰ ਹੋਸ਼ਿਆਰ ਤੇ ਖਬਰਦਾਰ ਕਰ ਰਹੇ ਨੇ ਕਿ ਸੱਜਣਾ, ਜੇ ਸੰਸਾਰ ਦੇ ਵਿੱਚ ਆਇਆ ਤੇ ਇਹੋ ਜੀ ਬਾਜੀ ਨਾ ਖੇਡ ਕਿ ਤੈਨੂੰ ਹਾਰ ਕੇ ਜਾਣਾ ਪਵੇ। ਚੰਗੇ ਕਰਮਾਂ 'ਚ ਪ੍ਰਵਿਰਤ ਹੋ, ਕਿਉਂਕਿ ਜੋ ਤੂੰ ਕਰਨਾ ਉਹ ਤੈਨੂੰ ਹੀ ਕੱਟਣਾ ਪੈਣਾ ਹੈ। ਭਲੇ ਕਰਮ ਕਰੇਗਾ ਤੇ ਕੀਤੇ ਭਲੇ ਕਰਮਾਂ ਦਾ ਭਲਾ ਨਤੀਜਾ ਹੋਵੇਗਾ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸੇ। ਸਾਡਾ ਸਭ ਦਾ ਗਾਵਿਆ ਸੁਣਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਥਾਏ ਪਾਵਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ